ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈਬ ਪੰਜਾਬ ਦੇ ਉੱਤੇ। ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਸਾਹਮਣੇ ਸ਼ਿਫਟ 2 ਦਾ ਬੇਟੇ ਪੇਪਰ ਆਪਾਂ ਡਿਸਕਸ ਕਰਨਾ, ਜਿਹੜਾ ਆਪਾਂ ਇੱਥੇ ਸ਼ੁਰੂ ਕੀਤੀ ਹੈ ਸੀਰੀਜ਼ ਹਾਈ ਲੈਵਲ MCQ। ਅੱਜ ਪਾਰਟ 2 ਕਰਾ ਰਹੇ ਹਾਂ। ਠੀਕ ਹੈ, ਪਾਰਟ 2 ਦੇ ਵਿੱਚ ਆਪਾਂ ਨੈਕਸਟ ਜਿਹੜੀ 30 ਕੁਐਸਚਨ ਹੈਗੇ ਅਗਲੇ ਸ਼ਿਫਟ ਦੇ ਉਹ ਡਿਸਕਸ ਕਰਾਂਗੇ। ਤੇ ਜਿਨ੍ਹਾਂ ਨੇ ਪਾਰਟ 1 ਨਹੀਂ ਦੇਖਿਆ ਰਾਜੇ ਉਹ ਜਰੂਰ ਦੇਖ ਲਿਓ, ਤੇ ਜਿਹੜੇ ਬੱਚੇ ਨਵੇਂ ਨੇ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ। ਹੁਣ ਦੇਖੋ ਗੱਲਬਾਤ ਕੀ ਹੈ ਵੀ ਕੁਛ ਨਾ ਬੱਚੇ ਬਹੁਤ ਡੀਮੋਟੀਵੇਟ ਹੋ ਜਾਂਦੇ ਆ, ਤੇ ਇਸ ਕਰਕੇ ਥੋੜਾ ਬਹੁਤ ਉਹਨਾਂ ਨੂੰ ਕਹਿੰਦੇ ਵੀ ਬੂਸਟ ਅਪ ਕਰਨਾ ਪੈਂਦਾ। ਆ ਦੇਖੋ ਇੱਕ ਬੜੀ ਵਧੀਆ ਪਿਕਚਰ ਮੈਨੂੰ ਲੱਗੀ ਹੈ, ਇਹ ਮੈਂ ਨਾ ਉੱਥੋਂ ਆਪਣਾ ਨੈਟ ਤੋਂ ਉੱਪਰ ਡਾਊਨਲੋਡ ਕੀਤੀ। ਬੜੀ ਦੇਖਣ ਨੂੰ ਬੜੀ ਸਿੰਪਲ ਜੀ ਗੱਲ ਲੱਗਦੀ ਹੈ। ਕਹਿੰਦਾ ਜਿੱਤਣ ਤੋਂ ਕਹਿੰਦਾ ਪਹਿਲਾਂ ਜਿੱਤ ਤੇ ਹਾਰਨ ਤੋਂ ਪਹਿਲਾਂ ਹਾਰ ਕਦੇ ਨਹੀਂ ਮੰਨਣੀ ਚਾਹੀਦੀ। ਤੇ ਦੇਖਣ ਨੂੰ ਦੇਖੋ ਲੱਗਦਾ ਬਿਲਕੁਲ ਸਿੰਪਲ ਜਿਹੀਆਂ ਲਾਈਨਾਂ ਲਿਖੀਆਂ, ਪਰ ਜਿਹੜੇ ਬੰਦੇ ਨੇ ਲਾਈਨਾਂ ਲਿਖੀਆਂ ਦੇਖੋ ਬੜੀ ਡੂੰਘਾਈ 'ਚ ਸੋਚਣ ਵਾਲੀ ਗੱਲ ਹੈ। ਕਈ ਵਾਰੀ ਕੀ ਹੁੰਦਾ ਨਾ, ਬੰਦਾ ਹਜੇ ਪੇਪਰ ਲਿਸਟ ਆਈ ਨਹੀਂ ਹੁੰਦੀ, ਪੇਪਰ ਕਰਕੇ ਬੰਦਾ ਕਹਿ ਦਿੰਦਾ ਵੀ ਮੈਂ ਤਾਂ ਲੱਗਿਆ ਹੀ ਪਿਆ ਤੇ ਮੈਂ ਹੁਣ ਮੇਰਾ ਪੇਪਰ ਕਲੀਅਰ ਹੋ ਗਿਆ ਤੇ ਮੈਂ ਅਗਲੇ ਪੇਪਰਾਂ ਦੀ ਤਿਆਰੀ ਨਹੀਂ ਕਰਦਾ, ਮੈਂ ਤਾਂ ਹੁਣ ਹੋ ਗਿਆ ਕਲੀਅਰ। ਤੇ ਉਹ ਕਹਿੰਦੇ ਵੀ ਜਿੱਤਣ ਤੋਂ ਪਹਿਲਾਂ ਜਿੱਤ, ਜਿੰਨੀ ਦੇਰ ਤੱਕ ਆਪਾਂ ਨੂੰ ਕਨਫਰਮ ਨਹੀਂ ਨਾ ਆਪਣੀ ਜਿੱਤ, ਜਿਵੇਂ ਆਫਰ ਲੈਟਰ ਆਪਣੇ ਹੱਥ ਦੇ ਵਿੱਚ ਨਹੀਂ ਆ ਜਾਂਦਾ, ਆਪਾਂ ਨੂੰ ਨੌਕਰੀ ਕਨਫਰਮ ਨਹੀਂ ਹੁੰਦੀ। ਤੇ ਹਾਰਨ ਤੋਂ ਪਹਿਲਾਂ ਹਾਰ, ਤੇ ਕਦੇ ਹਾਰ ਵੀ ਨਹੀਂ ਮੰਨਣੀ ਚਾਹੀਦੀ। ਸੈਕੰਡ ਲਾਈਨ ਤਾਂ ਜ਼ਿਆਦਾ ਘੈਂਟ ਆ ਵੀ ਹਾਰਨ ਤੋਂ ਪਹਿਲਾਂ ਹਾਰ ਨਹੀਂ ਮੰਨਣੀ ਚਾਹੀਦੀ। ਹਾਰਨ ਦਾ ਮਤਲਬ ਹੁੰਦਾ ਜਦੋਂ ਆਪਾਂ ਮਨ ਤੋਂ ਹਾਰ ਜਾਂਦੇ ਆ। ਠੀਕ ਹੈ, ਹੁਣ ਕਈ ਬੱਚੇ ਕਹਿੰਦੇ ਜੀ ਸਾਡੇ ਬਹੁਤ ਦੇਰ ਹੋ ਗਈ ਤਿਆਰੀ ਕਰਦੇ ਨੂੰ, ਸਾਡਾ ਪੇਪਰ ਨਹੀਂ ਕਲੀਅਰ ਹੁੰਦਾ ਜੀ, ਸਾਡਾ ਉਹ ਨਹੀਂ ਹੁੰਦਾ। ਬਟ ਇਹ ਹੈ ਵੀ ਹਾਰ ਨਹੀਂ ਮੰਨਣੀ ਚਾਹੀਦੀ, ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ। ਕਈ ਵਾਰੀ ਇਹ ਨਹੀਂ ਪਤਾ ਹੁੰਦਾ ਵੀ ਜਿਹੜੇ ਪੇਪਰ ਦੇ ਵਿੱਚ ਨੇੜੇ ਆ ਕੇ ਆਪਾਂ ਹਾਰ ਮੰਨ ਰਹੇ ਹਾਂ, ਕੀ ਪਤਾ ਆਪਣਾ ਉਹੀ ਪੇਪਰ ਕਲੀਅਰ ਹੋਣਾ ਹੋਵੇ। ਤਾਂ ਇਸ ਕਰਕੇ ਚਿੰਤਾ ਨਹੀਂ ਕਰਨੀ ਚਾਹੀਦੀ ਗੀ। ਤੇ ਇਹ ਮਤਲਬ ਕਿ ਜਿੱਤਣ ਤੋਂ ਪਹਿਲਾਂ ਜਿੱਤ ਤੇ ਹਾਰਨ ਤੋਂ ਪਹਿਲਾਂ ਹਾਰ ਕਦੇ ਨਾ ਮੰਨੋ, ਮੇਰੀ ਪਰਸਨਲ ਸਲਾਹ ਹੈ। ਠੀਕ ਹੈ, ਚਲੋ ਸਟਾਰਟ ਕਰਦੇ ਹਾਂ ਆਪਾਂ। ਨੈਕਸਟ ਜਿਹੜਾ ਅਗਲਾ ਪਾਰਟ ਸਟਾਰਟ ਕੀਤਾ ਆਪਾਂ, ਇਹਦੇ ਵਿੱਚ ਕੀ ਹੈ ਬੇਟੇ, MS Excel 2019। ਅੱਛਾ, ਇੱਕ ਗੱਲ ਮੈਂ ਛੋਟੀ ਜਿਹੀ ਹੋਰ ਸ਼ੇਅਰ ਕਰਦਾ। ਇਦਾਂ ਦੀ ਗੱਲ ਵੀ ਨਹੀਂ ਹੈਗੀ ਗੀ, ਘੱਟੋ ਘੱਟ ਮੇਰੇ ਕੋਲ 10-15 ਇਦਾਂ ਦੇ ਬੱਚੇ ਹੈਗੇ ਜਿਹੜੇ ਡੇਲੀ ਕੁਐਰੀਜ਼ ਕਰਦੇ ਨੇ ਰਿਗਾਰਡਿੰਗ ਸਬ ਇੰਸਪੈਕਟਰ ਐਗਜ਼ਾਮ, ਕਿਉਂਕਿ ਉਹਨਾਂ ਦਾ ਜ਼ਿੰਦਗੀ 'ਚ ਮਕਸਦ ਇੱਕੋ ਹੀ ਆ, ਕਹਿੰਦੇ ਸਬ ਇੰਸਪੈਕਟਰ ਹੀ ਬਣਨਾ ਹੈ। ਤਾਂ ਮੈਨੂੰ ਖੁਸ਼ੀ ਹੁੰਦੀ ਵੀ ਉਹ ਜਿਹੇ ਬੱਚੇ ਵੀ ਹੈਗੇ ਜਿਹੜੇ ਹਜੇ ਤੱਕ ਤਿਆਰੀ ਪੂਰੀ ਤਨ ਮਨ ਤੋਂ ਕਰ ਰਹੇ ਆ, ਤੇ ਸਾਰਿਆਂ ਨੂੰ ਤਿਆਰੀ ਕਰਨੀ ਚਾਹੀਦੀ ਹੈ। ਫਸਟ ਕੁਐਸਚਨ ਰਾਜੇ ਤੁਹਾਡੀ ਸਕਰੀਨ ਦੇ ਉੱਪਰ ਰਿਹਾ, ਕਹਿੰਦੇ MS Excel 2019 ਕਹਿੰਦਾ ਵਿਚ ਸ਼ਾਰਟਕਟ ਕੀ ਇਜ਼ ਯੂਜ਼ਡ ਟੂ ਐਂਟਰ ਦਾ ਕਰੰਟ ਟਾਈਮ। ਇਹ ਸਾਰਾ ਕੁਝ ਆਪਣਾ ਕਰਾਇਆ ਹੋਇਆਂ ਦੇ ਵਿੱਚੋਂ ਹੀ ਆਇਆ ਹੋਇਆ ਬੇਟੇ, ਕਰਾਇਆ ਹੋਇਆ ਆਪਾਂ। ਤੁਸੀਂ ਆਪਣਾ ਚੈੱਕ ਵੀ ਕਰਨਾ ਵੀ ਤੁਸੀਂ 30 ਦੇ ਵਿੱਚੋਂ ਕਿੰਨੇ ਕੁਐਸਚਨ ਠੀਕ ਕਰਦੇ ਹੋ। ਤਾਂ ਕਰੰਟ ਟਾਈਮ ਕਰੰਟ ਡੇਟ ਦੇ ਬੇਟੇ ਮੈਂ ਸਾਰੇ ਕਰਾਏ ਹੋਏ ਆ ਸ਼ਾਰਟਕਟ। ਇਹ ਕਰੰਟ ਟਾਈਮ ਦੀ ਗੱਲ ਕਰ ਰਿਹਾ, ਤਾਂ ਕਰੰਟ ਟਾਈਮ ਵਾਸਤੇ ਕੀ ਹੁੰਦਾ, ਸਿੰਗਲ ਕੋਲਨ, ਕੰਟਰੋਲ ਸ਼ਿਫਟ ਤੇ ਸਿੰਗਲ ਕੋਲਨ ਨੱਪ ਦਾਂਗੇ ਤੇ ਕੀ ਹੋ ਜਾਊਗਾ ਜੀ, ਕਰੰਟ ਟਾਈਮ ਡਿਸਪਲੇ ਹੋ ਜਾਊਗਾ। ਨੈਕਸਟ ਚੱਲਦੇ ਹਾਂ ਜੀ, ਕਹਿੰਦਾ ਟੂ ਫਾਈਟ ਫੇਕ ਨਿਊਜ਼। ਤੁਹਾਨੂੰ ਪਤਾ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਪਰ ਜਿਵੇਂ ਫੇਸਬੁੱਕ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਜਾਂ ਕੋਈ ਅਦਰ ਸੋਸ਼ਲ ਮੀਡੀਆ ਹੋ ਗਿਆ, ਉੱਥੇ ਨਾ ਫੇਕ ਨਿਊਜ਼ ਬੜੀਆਂ ਚੱਲਦੀਆਂ। ਕਈ ਵਾਰੀ ਕਹਿ ਦਿੰਦੇ ਆ ਜੀ ਰਜਨੀਕਾਂਤ ਮਰ ਗਿਆ, ਹਨਾ, ਕਈ ਵਾਰੀ ਕੁਛ ਕਹਿ ਦਿੰਦੇ ਆ, ਕਈ ਵਾਰੀ ਕੁਛ ਕਹਿ ਦਿੰਦੇ ਆ, ਹਨਾ। ਤੇ ਉਸ ਚੀਜ਼ ਨੂੰ ਕਹਿੰਦੇ ਰੋਕਣ ਵਾਸਤੇ ਕਹਿੰਦੇ ਫੇਸਬੁੱਕ ਹੈਜ਼ ਇੰਟਰੋਡਿਊਸ ਥਰਡ ਪਾਰਟੀ ਫੈਕਟ ਚੈਕਿੰਗ। ਠੀਕ ਹੈ, ਥਰਡ ਪਾਰਟੀ ਦਾ ਮਤਲਬ ਹੁੰਦਾ ਕਿ ਉਹਦੇ ਪਿੱਛੇ ਕੋਈ ਸੌਫਟਵੇਅਰ ਜਾਂ ਕੋਈ ਫਿਲਟਰ ਲਗਾਇਆ ਹੁੰਦਾ। ਉਹ ਇੰਟਰੋਡਿਊਸ ਕੀਤਾ ਸੀ ਫੇਸਬੁੱਕ ਨੇ, ਕਿਹੜੇ ਸਾਲ ਦੇ ਵਿੱਚ ਕੀਤਾ ਸੀਗਾ? ਤਾਂ ਇਹਦਾ ਰਾਈਟ ਆਂਸਰ ਹੈਗਾ ਰਾਜੇ 2016 ਦੇ ਵਿੱਚ ਕੀਤਾ ਸੀ ਇਹਨਾਂ ਨੇ। ਠੀਕ ਹੈ, ਇਹ ਨੋਟ ਕਰ ਲਿਓ। ਨੈਕਸਟ ਗੱਲ ਕਰਦੇ ਹਾਂ ਜੀ, ਕਹਿੰਦਾ ਟੀ ਫਲॉप्स। ਟੀ ਫਲॉप्स ਤੋਂ ਪਹਿਲਾਂ ਆਪਾਂ ਨੂੰ ਫਲॉप्स ਪਤਾ ਹੋਣਾ ਚਾਹੀਦੇ ਰਾਜੇ, ਮੈਂ ਪਹਿਲੇ ਵੈਸੇ ਕਰਵਾਇਆ ਹੋਇਆ। ਜਿਹੜੇ ਫਲॉप्स ਹੈਗੇ ਆ, ਇਹ ਮੇਜਰ ਕਰਦਾ, ਯੂਨਿਟ ਮੇਜਰ ਕਰਦਾ ਸਪੀਡ ਆਫ ਦਾ ਸੁਪਰ ਕੰਪਿਊਟਰ। ਠੀਕ ਹੈ, ਸੁਪਰ ਕੰਪਿਊਟਰ ਦੀ ਸਪੀਡ ਮੇਜਰ ਕਰਦਾ। ਇਹਦੀ ਫੁੱਲ ਫਾਰਮ ਵੀ ਪੁੱਛ ਲੈਂਦੇ ਆ। ਇਹਨੂੰ ਕੀ ਕਹਿ ਦਿੰਦੇ ਆ ਰਾਜੇ, ਇਹਨੂੰ ਕਹਿ ਦਿੰਦੇ ਆ ਜੀ ਫਲੋਟਿੰਗ ਪੁਆਇੰਟ। ਠੀਕ ਹੈ, ਓਪਰੇਸ਼ਨਸ ਪਰ ਸੈਕਿੰਡ। ਇਹ ਮੇਜਰ ਕਰਦਾ ਜੀ ਸਪੀਡ ਆਫ ਸੁਪਰ ਕੰਪਿਊਟਰ। ਤੇ ਹੁਣ ਜੇ ਆਪਾਂ ਗੱਲ ਕਰੀਏ ਜਿਹੜਾ ਟੀ ਫਲॉप्स ਹੁੰਦਾ, ਇਹ ਮਤਲਬ ਇਸ ਤੋਂ ਵੱਡਾ ਯੂਨਿਟ ਹੈਗਾ ਟੈਰਾ, ਟੈਰਾ ਫਲॉप्स ਬੋਲਦੇ ਆ। ਤੇ ਇਹ ਲਗਭਗ ਜੇ ਮੰਨ ਲਓ ਆਪਾਂ ਗੱਲ ਕਰੀਏ ਵੀ ਟੀ ਫਲॉप्स ਕਿੰਨੇ ਫਲॉप ਦੇ ਇਕੁਅਲ ਹੁੰਦਾ, ਤਾਂ 10 ਦੀ ਪਾਵਰ 12। ਕਹਿਣ ਦਾ ਮਤਲਬ ਕਿ 10 ਦੇ ਪਿੱਛੇ 12 ਜ਼ੀਰੋ ਆ ਜਾਣਗੀਆਂ। ਮਤਲਬ 10 ਦੀ ਪਾਵਰ 12 ਮਤਲਬ ਕਿ 10 ਨੂੰ 12 ਵਾਰ ਗੁਣਾ ਕਰ ਦੋ, ਤਾਂ ਇਹਦੇ ਬਰਾਬਰ ਕੀ ਹੋ ਜਾਊਗਾ, ਟੀ ਫਲॉप्स ਹੋ ਜਾਊਗਾ। ਠੀਕ ਹੈ, ਤਾਂ ਆਪਾਂ ਐਂ ਕਹਿ ਸਕਦੇ ਹਾਂ ਵੀ ਟੀ ਫਲॉप्स ਕੀ ਹੋ ਗਿਆ, ਟੀ ਫਲॉप्स ਇਜ਼ ਇਕੁਅਲ ਟੂ 10 ਦੀ ਪਾਵਰ 12 ਫਲॉप्स। ਠੀਕ ਹੈ, ਤਾਂ ਇਹ ਹੈ ਜੀ ਸਾਰੀ ਗੱਲਬਾਤ, ਇਹਨੂੰ ਯਾਦ ਰੱਖ ਲਿਓ, ਇਹ ਪੁੱਛਿਆ ਜਾਂਦਾ ਹੁੰਦਾ। ਹੁਣ ਤੁਸੀਂ ਕਹੋਗੇ ਸਰ ਵੀ ਸਾਰੇ ਕਿਵੇਂ ਯਾਦ ਰੱਖੀਏ? ਇਹ ਟੈਰਾਫਲॉप ਤਾਂ ਨਿਊਜ਼ ਦੇ ਵਿੱਚ ਆ ਰਿਹਾ ਕਿਉਂਕਿ ਜਿਹੜਾ ਰੀਸੈਂਟਲੀ ਕੋਵਿਡ ਦੇ ਵਿੱਚ ਨਾ ਜਾਪਾਨ ਵਾਲਿਆਂ ਨੇ ਇੱਕ ਸੁਪਰ ਕੰਪਿਊਟਰ ਬਣਾਇਆ। ਠੀਕ ਹੈ,
ਉਹਦੀ ਜਿਹੜੀ ਸਪੀਡ ਮੇਜਰ ਹੋਈ ਆ ਉਹ ਟੈਰਾਫਲॉप ਦੇ ਵਿੱਚ ਹੋਈ ਹੈ। ਤਾਂ ਮਤਲਬ ਐਂ ਕਹਿ ਸਕਦੇ ਹਾਂ ਦੁਨੀਆ ਦੇ ਜਿੰਨੇ ਵੀ ਸੁਪਰ ਕੰਪਿਊਟਰ ਹੈਗੇ ਸਭ ਤੋਂ ਫਾਸਟ ਉਹਨਾਂ ਨੇ ਬਣਾਇਆ, ਜਾਪਾਨ ਵਾਲਿਆਂ ਨੇ। ਫੁਗਾਕੂ ਉਹਦਾ ਨਾਮ ਹੈ, ਠੀਕ ਹੈ, ਜਿਹੜਾ ਨਵਾਂ ਸੁਪਰ ਕੰਪਿਊਟਰ ਬਣਾਇਆ। ਅੱਗੇ ਗੱਲ ਕਰਦੇ ਹਾਂ ਜੀ ਆਪਾਂ। ਇਨ ਐਨ ਆਪਰੇਟਿੰਗ ਸਿਸਟਮ ਕਹਿੰਦਾ ਡੈਸ਼ ਇਜ਼ ਏ ਰਿਕੁਐਸਟ ਦੈਟ ਏ ਪ੍ਰੋਗਰਾਮ ਮੇਕ ਟੂ ਦਾ ਕਰਨਲ ਥਰੂ ਦਾ ਸੌਫਟਵੇਅਰ ਇੰਟਰਪਟ। ਹੁਣ ਇਹ ਥੋੜਾ ਜਿਹਾ ਡੀਪਲੀ ਟੌਪਿਕ ਹੈਗਾ, ਇਹ ਮੈਂ ਕਰਵਾਇਆ ਹੋਇਆ ਤੁਹਾਨੂੰ। ਆਪਰੇਟਿੰਗ ਸਿਸਟਮ ਇਹਦੇ ਵਿੱਚ ਕੀ ਹੁੰਦਾ ਰਾਜੇ, ਦੋ ਮੋਡ ਹੁੰਦੇ ਆ, ਯੂਜ਼ਰ ਮੋਡ ਹੁੰਦਾ, ਕਰਨਲ ਮੋਡ ਹੁੰਦਾ। ਤੁਹਾਨੂੰ ਇੱਕ ਵਾਰੀ ਮੈਂ ਡਾਇਗਰਾਮ ਦਿਖਾ ਦਾਂ। ਇਹ ਇੰਟਰਨਲ ਵਰਕਿੰਗ ਹੈ ਆਪਰੇਟਿੰਗ ਸਿਸਟਮ ਦੀ। ਇੱਕ ਹੁੰਦਾ ਜੀ ਯੂਜ਼ਰ ਮੋਡ, ਇੱਕ ਹੁੰਦਾ ਜੀ ਆਪਣਾ ਕਰਨਲ ਮੋਡ। ਹੁਣ ਕਰਨਲ ਕੀ ਚੀਜ਼ ਹੈ ਤੁਹਾਨੂੰ ਮੈਂ ਦੱਸਿਆ ਹੋਇਆ ਸੀਗਾ। ਇਹ ਆਪਰੇਟਿੰਗ ਸਿਸਟਮ ਜਿਹੜੇ ਅੰਦਰ ਮੇਨ ਫਾਈਲ ਕਹਿ ਲਓ, ਮੇਨ ਚੀਜ਼ ਕਹਿ ਲਓ, ਉਹ ਕਰਨਲ ਹੁੰਦਾ ਜਿਹੜਾ ਆਪਰੇਟਿੰਗ ਸਿਸਟਮ ਨੂੰ ਚਲਾਉਣ ਦੇ ਵਿੱਚ ਹੈਲਪ ਕਰਦਾ ਹੈ। ਹੁਣ ਯੂਜ਼ਰ ਮੋਡ ਦੇ ਵਿੱਚ ਮੰਨ ਲਓ ਕੋਈ ਪ੍ਰੋਸੈਸ ਰਨਿੰਗ ਦੇ ਵਿੱਚ ਹੈ। ਪ੍ਰੋਸੈਸ ਦਾ ਮਤਲਬ ਕੀ ਹੈ ਕਿ ਕੋਈ ਵੀ ਕੰਮ ਹੋ ਰਿਹਾ ਹੈ, ਉਹਨੇ ਕੀ ਕਰਨਾ ਹੈ, ਮੰਨ ਲਓ ਉਹਨੂੰ ਕਿਸੇ ਚੀਜ਼ ਦੀ ਜ਼ਰੂਰਤ ਪੈ ਗਈ, ਮੰਨ ਲਓ ਉਹਨੂੰ ਕੋਈ ਕੀਬੋਰਡ ਦੀ ਜ਼ਰੂਰਤ ਪੈ ਗਈ, ਸਕੈਨਰ ਦੀ ਜ਼ਰੂਰਤ ਪੈ ਗਈ, ਪ੍ਰਿੰਟਰ ਦੀ ਪੈ ਗਈ, ਜਾਂ ਕੋਈ ਫਾਈਲ ਡਿਲੀਟ ਕਰਨੀ ਹੈ, ਜਾਂ ਕੋਈ ਮੈਂ ਫਾਈਲ ਕ੍ਰੀਏਟ ਕਰਨੀ ਹੈ। ਉਹ ਕਿਹਨੂੰ ਕਾਲ ਕਰਦਾ ਹਮੇਸ਼ਾ, ਉਹ ਕਰਨਲ ਮੋਡ ਦੇ ਵਿੱਚ ਜਾ ਕੇ ਕਾਲ ਕਰਦਾ ਹੈ। ਠੀਕ, ਕਾਹਦੇ ਵਾਸਤੇ ਕਰਦਾ ਹੈ, ਕੋਈ ਵੀ ਅਗਰ ਉਹਨੂੰ ਰਿਕੁਆਇਰਮੈਂਟ ਹੈਗੀ ਹੈ ਤਾਂ ਉਸ ਚੀਜ਼ ਨੂੰ ਕੀ ਕਹਿ ਦਿੰਦੇ ਆਪਾਂ, ਸਿਸਟਮ ਕਾਲ ਕਹਿ ਦਿੰਦੇ ਆ। ਕੀ ਕਹਿ ਦਿੰਦੇ ਆਪਾਂ, ਸਿਸਟਮ ਕਾਲ ਕਹਿ ਦਿੰਦੇ ਆ। ਤਾਂ ਸਿਸਟਮ ਕਾਲ ਜਿਵੇਂ ਮੰਨ ਲਓ ਕੋਈ ਨੈਟਵਰਕ ਦਾ ਕਨੈਕਸ਼ਨ ਕ੍ਰੀਏਟ ਕਰਨਾ ਹੈ। ਨੈਟਵਰਕ ਕਨੈਕਸ਼ਨ ਦਾ ਮਤਲਬ ਕੀ ਹੈ, ਜਦੋਂ ਕੋਈ ਆਪਾਂ ਮਤਲਬ ਵਾਈਫਾਈ ਨਾਲ ਕਨੈਕਟ ਕਰਦੇ ਆ, ਜਾਂ ਫਿਰ ਆਪਾਂ ਐਂ ਕਹਿ ਲਓ ਵੀ ਕੋਈ ਹਾਰਡਵੇਅਰ ਚਾਹੀਦਾ ਆਪਾਂ ਨੂੰ, ਚਾਹੇ ਉਹ ਪ੍ਰਿੰਟਰ ਚਾਹੀਦਾ, ਚਾਹੇ ਉਹ ਸਕੈਨਰ ਚਾਹੀਦਾ, ਠੀਕ ਹੈ ਜੀ। ਜਾਂ ਕੋਈ ਆਪਾਂ ਮੰਨ ਲਓ ਕੋਈ ਫਾਈਲ ਨੂੰ ਕੀ ਕਰ ਰਹੇ ਆ, ਕ੍ਰੀਏਟ ਕਰ ਰਹੇ ਆ, ਕੋਈ ਫਾਈਲ ਡਿਲੀਟ ਕਰ ਰਹੇ ਆ, ਉਸ ਟਾਈਮ ਤੇ ਸਾਰੇ ਟਾਈਮ ਤੇ ਕੀ ਲੋਡ ਪਊਗੀ, ਆਪਾਂ ਨੂੰ ਸਿਸਟਮ ਕਾਲ ਦੀ ਜ਼ਰੂਰਤ ਪਊਗੀ। ਤਾਂ ਸਿਸਟਮ ਕਾਲ ਹਮੇਸ਼ਾ ਕੀ ਕਰਦਾ, ਯੂਜ਼ਰ ਮੋਡ ਦੇ ਵਿੱਚ ਜਾ ਕੇ, ਕਰਨਲ ਮੋਡ ਦੇ ਵਿੱਚ ਜਾ ਕੇ ਉਹ ਤੋਂ ਰਿਕੁਐਸਟ ਕਰਦਾ, ਤੇ ਉਹ ਰਿਕੁਐਸਟ ਜੋ ਐਕਸੈਪਟ ਹੁੰਦੀ ਹੈ ਤਾਂ ਆਪਾਂ ਨੂੰ ਕੀ ਆ ਜਾਂਦਾ ਜੀ, ਰਿਟਰਨ ਬੈਕ ਫੀਡਬੈਕ ਆ ਜਾਂਦੀ ਹੈ, ਜਾਂ ਇਹ ਕਹ ਲਓ ਆਪਾਂ ਨੂੰ ਅਸੈਸ ਮਿਲ ਜਾਂਦੀ ਹੈ ਇਸ ਚੀਜ਼ ਦੀ। ਠੀਕ ਹੈ, ਤਾਂ ਕੁਐਸਚਨ ਦੇ ਵਿੱਚ ਇਹੀ ਪੁੱਛ ਰਿਹਾ, ਕਹਿੰਦਾ ਇਨ ਆਪਰੇਟਿੰਗ ਸਿਸਟਮ ਦੈਟ ਡੈਸ਼ ਇਜ਼ ਦ ਰਿਕੁਐਸਟ that a program make to the kernel through the software interrupt, ਤਾਂ ਇਹਨੂੰ ਕਹਿ ਦਿੰਦੇ ਆ ਜੀ ਸਿਸਟਮ ਕਾਲ। ਠੀਕ ਹੈ, ਰਾਈਟ ਆਂਸਰ ਕੀ ਬਣ ਜਾਊਗਾ, ਡੀ ਬਣ ਜਾਊਗਾ। ਅੱਗੇ ਗੱਲ ਕਰਦੇ ਹਾਂ ਜੀ, ਅਗਲਾ ਨੈਕਸਟ ਟੌਪਿਕ ਹੈਗਾ REC। ਕਹਿੰਦਾ is one of the classification of the Usenet news। ਨਿਊਜ਼ ਗਰੁੱਪ ਕੀ ਹੁੰਦਾ, ਹੁਣ ਦੇਖੋ ਨਿਊਜ਼ ਗਰੁੱਪ ਆਇਆ ਹੁੰਦਾ, ਜਿਵੇਂ ਤੁਸੀਂ ਆਨਲਾਈਨ ਨਾ, ਜਿਵੇਂ ਤੁਸੀਂ ਦੇਖਦੇ ਆ ਨਾ ਵੀ ਮੀਡੀਆ ਦੇ ਵਿੱਚ ਕੀ ਹੁੰਦਾ ਵੀ ਉਹ ਗਰੁੱਪ ਦੇ ਵਿੱਚ ਬਿਠਾ ਕੇ ਡਿਸਕਸ਼ਨ ਕਰਦੇ ਆ, ਓਪੋਜ਼ਿਟ ਪਾਰਟੀ, ਐਂਟੀ ਪਾਰਟੀ ਤੇ ਜਿਹੜੀ ਸੱਤਾ ਦੇ ਵਿੱਚ ਪਾਰਟੀ ਹੁੰਦੀ ਹੈ, ਜਾਂ ਡਿਬੇਟ ਕਰਾਉਂਦੇ ਆ। ਉਵੇਂ ਆਨਲਾਈਨ ਰਾਜੇ ਨਿਊਜ਼ ਗਰੁੱਪ ਬਣੇ ਹੁੰਦੇ, ਉਹਦੇ ਵਿੱਚ ਵੀ ਜਿਵੇਂ ਬ੍ਰੌਡਕਾਸਟਿੰਗ ਹੁੰਦੀ ਹੈ ਨਿਊਜ਼ ਦੀ, ਤਾਂ ਉਹਦੇ ਵਿੱਚ ਇੱਕ ਵਰਡ ਯੂਜ਼ ਕਰਦੇ ਆ REC। ਕਹਿੰਦਾ ਵੀ ਇਹ ਕਿਹਦੇ ਨਾਲ ਰਿਲੇਟਡ ਹੈ। ਇਹ ਹੈਗਾ ਜੀ, ਉਹਦੇ ਵਿੱਚ ਨਾ ਕੁਝ ਸਟੈਂਡਰਡ ਦੇ ਵਰਡ ਹੁੰਦੇ ਆ, ਉਹਨਾਂ ਨੂੰ ਜਿਵੇਂ ਹੁਣ ਕੰਪਿਊਟਰ ਵਾਸਤੇ ਉਹ ਯੂਜ਼ ਕਰਦੇ ਆ COMP, ਠੀਕ ਹੈ, ਸਾਇੰਸ ਵਾਸਤੇ ਯੂਜ਼ ਕਰਦੇ ਆ CSCI। ਤਾਂ ਕੁਝ ਇਦਾਂ ਦੇ ਵਰਡ ਉਹਨਾਂ ਨੇ ਰੱਖੇ ਹੋਏ ਆ, ਸ਼ਾਰਟਕਟ ਫਾਰਮ ਦੇ ਵਿੱਚ ਕਹਿ ਸਕਦੇ ਆ। ਤਾਂ REC ਦਾ ਮਤਲਬ ਹੁੰਦਾ ਜੀ ਰੀਕ੍ਰੀਏਸ਼ਨਲ। ਠੀਕ ਹੈ ਜੀ, ਰੀਕ੍ਰੀਏਸ਼ਨਲ। ਠੀਕ ਹੈ, ਟੌਪਿਕ ਲਾਈਕ ਸਪੋਰਟ, ਬੁੱਕਸ, ਸਿਨੇਮਾ, ਡਾਂਸ ਐਟਸੈਟਰਾ। ਤਾਂ ਇਹਦਾ ਮੇਨ ਬਸ ਵਰਡ ਹੀ ਯਾਦ ਰੱਖਣਾ, ਰੀਕ੍ਰੀਏਸ਼ਨਲ। ਨੈਕਸਟ ਚੱਲਦੇ ਹਾਂ ਜੀ ਆਪਾਂ। ਇਹ ਤਾਂ ਬਹੁਤ ਸੌਖਾ ਕੁਐਸਚਨ ਹੈ। ਕਹਿੰਦਾ MS ਪਾਵਰਪੁਆਇੰਟ 2019 ਦੇ ਵਿੱਚ ਸ਼ਾਰਟਕਟ ਕੀ ਇਜ਼ ਯੂਜ਼ਡ ਟੂ ਰੀਡੂ। ਤਾਂ ਰੀਡੂ ਤੁਹਾਨੂੰ ਮੈਂ ਕਰਵਾਇਆ ਹੋਇਆ ਰਾਜੇ, ਅਨਡੂ ਹੁੰਦਾ ਕੰਟਰੋਲ Z। ਕੰਟਰੋਲ Z ਕਾਹਦੇ ਵਾਸਤੇ ਹੁੰਦਾ, ਅਨਡੂ ਵਾਸਤੇ। ਤਾਂ ਰੀਡੂ ਹੁੰਦਾ ਰਿਪੀਟ ਦਾ ਲਾਸਟ ਐਕਸ਼ਨ। ਤਾਂ ਕੰਟਰੋਲ ਪਲੱਸ Y ਕੀ ਹੋ ਜਾਊਗਾ, ਇਹਦਾ ਰਾਈਟ ਆਂਸਰ ਹੋ ਜਾਊਗਾ। ਸੌਖਾ ਕੁਐਸਚਨ ਹੈ, ਜਿਹੜਾ ਸੌਖਾ ਮਤਲਬ ਕਿ ਇਹ ਸ਼ਿਫਟ ਸੌਖੀ ਹੈ ਜਿਹੜੀ ਮੈਂ ਹੁਣ ਦੇਖ ਰਿਹਾ। ਅੱਗੇ ਕਹਿੰਦਾ ਜੀ ਇਨ MS ਪਾਵਰਪੁਆਇੰਟ 2019 which shortcut key is used to move the selected slide or section up in the order in the slide deck। ਹੁਣ ਇਹਦਾ ਕੀ ਮਤਲਬ ਹੈ, ਜੇ ਕਹਿੰਦੇ ਤਾਂ ਪ੍ਰੈਕਟੀਕਲ ਕਰ ਦਿੰਦੇ। ਜਿਵੇਂ ਮੰਨ ਲਓ ਇਹ ਕੀ ਹੈ, ਇਹ ਕੀ ਕਹਿ ਰਿਹਾ ਆਪਾਂ ਨੂੰ, ਇਹ ਕਹਿ ਰਿਹਾ ਰਾਜੇ ਜਿਵੇਂ ਮੰਨ ਲਓ ਆਪਣੇ ਕੋਲ ਸਲਾਈਡਸ ਹੁੰਦੀਆਂ ਨਾ, ਸਲਾਈਡ 1 2 3 4। ਮੰਨ ਲਓ ਆਹ ਸਲਾਈਡ ਨੂੰ ਮੈਂ ਅਪ ਕਰਨਾ, ਇਹ ਮਤਲਬ ਨੰਬਰਿੰਗ ਹੈ। ਮੰਨ ਲਓ ਇਹ 1 ਨੰਬਰ, 2 ਨੰਬਰ, 3 ਨੰਬਰ, 4 ਨੰਬਰ ਹੈ। 4 ਨੰਬਰ ਵਾਲੀ 3 ਤੇ ਲੈ ਕੇ ਆਉਣੀ ਆ, ਤਾਂ ਮੈਂ ਕੀ ਕਰੂੰਗਾ ਰਾਜੇ, ਕੰਟਰੋਲ ਪਲੱਸ ਅਪ ਐਰੋ ਕੀ ਕਰ ਦੂੰਗਾ, ਤੇ ਇਹ ਉੱਪਰ ਚਲੀ ਜਾਊਗੀ, ਇਹ ਨੀਚੇ ਆ ਜਾਊਗੀ। ਜੇ ਮੈਂ ਉੱਪਰ ਵਾਲੀ ਨੂੰ ਡਾਊਨ ਕਰਨਾ ਤਾਂ ਕੀ ਆ ਜਾਊਗਾ, ਕੰਟਰੋਲ ਪਲੱਸ ਡਾਊਨ ਐਰੋ ਕੀ। ਮੈਂ ਕਰਕੇ ਵੀ ਦਿਖਾ ਦਿੰਦਾ ਤੁਹਾਨੂੰ, ਚਲੋ ਇੱਕ ਵਾਰੀ। ਠੀਕ ਹੈ, ਇੱਕ ਵਾਰੀ ਕਰਕੇ ਵੀ ਦਿਖਾ ਦਿੰਦੇ ਆ। ਮੰਨ ਲਓ ਆ ਮੇਰੇ ਪਾਵਰ ਪੁਆਇੰਟ ਹੈ, ਦੇਖੋ ਆ ਕੀ ਹੈ ਜੀ, ਮੇਰਾ 6 ਨੰਬਰ ਕੁਐਸਚਨ ਹੈ, 7 ਨੰਬਰ ਕੁਐਸਚਨ ਹੈ। 7 ਨੰਬਰ ਨੂੰ ਮੈਂ ਉੱਪਰ ਲੈ ਕੇ ਜਾਣਾ ਹੈ, 6 ਨੰਬਰ ਥੱਲੇ ਲੈ ਕੇ ਆਉਣਾ। ਤਾਂ ਮੈਂ ਕੀ ਕਰੂੰਗਾ, ਕੰਟਰੋਲ ਪਲੱਸ, ਮੈਂ ਹੁਣ ਨੱਪ ਰਿਹਾ, ਕੰਟਰੋਲ ਪਲੱਸ ਅਪ ਐਰੋ, ਤਾਂ ਉੱਪਰ ਚਲੀ ਗਈ ਨਾ, ਦੇਖੋ 7 ਨੰਬਰ ਉੱਪਰ ਚਲਾ ਗਿਆ, 6 ਨੰਬਰ ਕੀ ਆ ਗਿਆ, ਥੱਲੇ ਆ ਗਿਆ। ਤਾਂ ਕਹਿਣ ਦਾ ਭਾਵ ਹੁਣ ਮੈਂ ਕੰਟਰੋਲ Z ਕਰਦਾ, ਵਾਪਸ ਉਹੀ ਚੀਜ਼ ਹੋ ਜਾਊਗੀ। ਤਾਂ ਕਹਿਣ ਦਾ ਭਾਵ ਕੀ ਹੈ ਕਿ ਆਪਾਂ ਇਸ ਤੋਂ ਕੀ ਕਰ ਸਕਦੇ ਹਾਂ, ਅਪ ਐਂਡ ਡਾਊਨ ਕਰ ਸਕਦੇ ਹਾਂ ਸਲਾਈਡ ਨੂੰ। ਠੀਕ ਹੈ, ਇਹਨੂੰ ਕਹਿ ਦਿੰਦੇ ਸਲਾਈਡ ਡੈਕ। ਦਾ ਮਤਲਬ ਹੁੰਦਾ ਜਿੱਥੇ ਸਾਰੀਆਂ ਸਲਾਈਡਸ ਪਈਆਂ ਹੁੰਦੀਆਂ, ਉਹਨੂੰ ਸਲਾਈਡ ਡੈਕ ਬੋਲ ਦਿੰਦੇ ਆ। ਰਾਈਟ ਹੈ ਜੀ, ਨੈਕਸਟ ਚੱਲਦੇ ਹਾਂ ਆਪਾਂ।
ਨੈਕਸਟ ਕੁਐਸਚਨ ਕੀ ਕਹਿ ਰਿਹਾ, ਕਹਿੰਦਾ ਡੈਸ਼ ਅਲਾਉਜ਼ ਯੂ ਟੂ ਵਿਊ ਦਾ ਮਲਟੀਪਲ ਵੈਬ ਪੇजेस। ਅੱਛਾ ਜੀ, ਇਹਦਾ ਕੀ ਮਤਲਬ ਹੈ, ਜਿਵੇਂ ਹੁਣ ਤੁਸੀਂ ਬਰਾਊਜ਼ਰ ਖੋਲਦੇ ਹੋਵੋਗੇ ਨਾ, ਮੰਨ ਲਓ ਤੁਸੀਂ ਪਹਿਲਾਂ ਕੀ ਖੋਲ ਲਿਆ, google.com ਖੋਲ ਲਿਆ, ਉਹ ਇੱਕ ਟੈਬ ਖੁੱਲੀ ਪਈ ਹੈ ਇੱਥੇ ਮੰਨ ਲਓ ਗੂਗਲ ਵਾਲੀ। ਅੱਗੇ ਤੁਸੀਂ ਫੇਸਬੁੱਕ ਖੋਲ ਲਈ, ਉਹ ਨੈਕਸਟ ਟੈਬ 'ਚ ਖੁੱਲ ਜਾਂਦੀ ਹੈ। ਤਾਂ ਕਹਿਣ ਦਾ ਭਾਵ ਕੀ ਹੈ ਕਿ ਮਲਟੀਪਲ ਵੈਬ ਪੇਜ ਦੇਖਣੇ ਆ ਸਿੰਗਲ ਬਰਾਊਜ਼ਰ ਦੇ ਵਿੱਚ ਵਿਦਆਊਟ ਓਪਨਿੰਗ ਏ ਨਿਊ ਬਰਾਊਜ਼ਰ। ਤਾਂ ਉਹਦੇ ਵਾਸਤੇ ਕੀ ਹੁੰਦਾ ਰਾਜੇ, ਟੈਬ ਹੁੰਦੀ ਆ, ਉਹਨੂੰ ਟੈਬ ਬੋਲਦੇ ਆ। ਇਹ ਟੈਬ 1 ਹੈ, ਟੈਬ 2 ਹੈ, ਅਗਰ ਹੋਰ ਖੋਲ ਲਓਗੇ ਟੈਬ 3 ਆ ਜੂਗੀ। ਠੀਕ ਹੈ, ਇਹਨੂੰ ਟੈਬਸ ਬੋਲਦੇ ਆ। ਅੱਗੇ ਆ ਗਿਆ ਜੀ ਸਿੰਪਲ ਕੁਐਸਚਨ ਹੈ, ਵਾਟ ਇਜ਼ ਦਾ ਫੁੱਲ ਫਾਰਮ ਆਫ OMR। ਤਾਂ OMR ਤੁਹਾਨੂੰ ਸਭ ਨੂੰ ਪਤਾ ਰਾਜੇ, OMR ਸ਼ੀਟ ਹੁੰਦੀ ਹੈ, ਠੀਕ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਆਪਟੀਕਲ ਮਾਰਕ ਰੀਡਰ ਕਹਿ ਦਿੰਦੇ ਆ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਜੀ। ਟੈਲੀਫੋਨ ਵਾਇਸ ਕਮਿਊਨੀਕੇਸ਼ਨ ਇਜ਼ ਐਨ ਐਗਜ਼ਾਮਪਲ ਆਫ ਵਿਚ ਆਫ ਕਮਿਊਨੀਕੇਸ਼ਨ ਚੈਨਲ। ਤਾਂ ਵੱਖਰੀ ਵੱਖਰੀ ਚੀਜ਼ਾਂ ਹੁੰਦੀਆਂ, ਜਿਵੇਂ ਦੇਖੋ ਫ੍ਰੀਕੁਐਂਸੀ ਬੈਂਡ, ਇਹ ਫ੍ਰੀਕੁਐਂਸੀ ਬੈਂਡ ਕਾਹਦੇ ਵਾਸਤੇ ਯੂਜ਼ ਹੁੰਦਾ, ਜਿਵੇਂ ਰੇਡੀਓ ਟਰਾਂਸਮਿਸ਼ਨ ਵਾਸਤੇ ਯੂਜ਼ ਹੁੰਦਾ ਹੈ। ਹੁਣ ਤੁਸੀਂ ਦੇਖਦੇ ਆ ਨਾ ਕਿ ਜੇ ਮੰਨ ਲਓ ਜਿਵੇਂ ਆਪਾਂ ਕਹਿੰਦੇ 92.3 ਬਿਗ FM, ਤਾਂ ਇਹ ਇੱਕ ਫ੍ਰੀਕੁਐਂਸੀ ਚੈਨਲ ਦਾ ਬਾਉਂਡ ਦਿੱਤਾ ਹੋਇਆ, ਬੈਂਡ ਦਿੱਤਾ ਹੋਇਆ ਵੀ ਇਹਦੇ ਵਿੱਚ ਇਹ ਚੱਲੂਗਾ। ਮੰਨ ਲਓ 101 ਪੁਆਇੰਟ ਸਮਥਿੰਗ ਹੈ ਦੂਰਦਰਸ਼ਨ ਹੈ, ਮਤਲਬ ਹਰੇਕ ਚੈਨਲ ਨੂੰ ਅਲੱਗ-ਅਲੱਗ ਕੀ ਦਿੱਤਾ ਹੋਇਆ, ਬੈਂਡ ਦਿੱਤਾ ਹੋਇਆ ਫ੍ਰੀਕੁਐਂਸੀ ਦਾ। ਠੀਕ ਹੈ, ਤਾਂ ਉਵੇਂ ਰਾਜੇ ਜੇ ਆਪਾਂ ਵੌਇਸ ਕਮਿਊਨੀਕੇਸ਼ਨ ਵਾਸਤੇ ਕੀ ਯੂਜ਼ ਕਰਦੇ ਹਾਂ, ਵੌਇਸ ਬੈਂਡ ਯੂਜ਼ ਕਰਦੇ ਹਾਂ। ਠੀਕ ਹੈ, ਇਹ ਬੇਸਿਕਲੀ ਯੂਜ਼ ਕੀਤਾ ਜਾਂਦਾ ਹੈ, ਜਿਵੇਂ ਆਪਾਂ ਟੈਲੀਫੋਨ ਸਿਸਟਮ ਦੇ ਵਿੱਚ ਯੂਜ਼ ਕਰਦੇ ਹਾਂ ਫੁੱਲ ਡੁਪਲੈਕਸ ਮੋਡ, ਉੱਥੇ ਵੌਇਸ ਬੈਂਡ ਚੱਲਦਾ ਹੈ। ਹੁਣ ਬ੍ਰੌਡਬੈਂਡ ਕਾਹਦੇ ਵਾਸਤੇ ਹੁੰਦਾ, ਜਿਵੇਂ ਨੈਟ ਵਾਸਤੇ ਹੁੰਦਾ। ਠੀਕ ਹੈ, ਤਾਂ ਕਹਿਣ ਦਾ ਭਾਵ ਵੱਖਰੇ ਵੱਖਰੇ ਬੈਂਡ ਹੁੰਦੇ ਆ ਤੇ ਕਮਿਊਨੀਕੇਸ਼ਨ ਵਾਸਤੇ ਯੂਜ਼ ਹੁੰਦਾ ਵੌਇਸ ਬੈਂਡ। ਆਹ ਕੁਐਸਚਨ ਵੀ ਬਹੁਤ ਵਾਰੀ ਮੈਂ ਕਰਵਾਇਆ ਹੋਇਆ, DOS ਟੈਗ। DOS ਟੈਗ ਹੁੰਦਾ ਜਿਵੇਂ ਆਨਲਾਈਨ ਨਾ, ਮੰਨ ਲਓ ਆ ਸੈਂਡਰ ਹੈ ਤੇ ਆ ਰਿਸੀਵਰ PC ਹੈ, ਇਹ ਸੈਂਡਰ ਹੈ ਰਿਸੀਵਰ ਹੈ, ਇਹਨਾਂ ਦੇ ਵਿਚਕਾਰ ਮੰਨ ਲਓ ਡਾਟਾ ਜਾ ਰਿਹਾ ਪੈਕਟ ਦੀ ਫਾਰਮ ਦੇ ਵਿੱਚ। ਠੀਕ ਹੈ, ਮੰਨ ਲਓ ਇਹਨੂੰ ਹੁਣ ਇਹਨੂੰ ਕੀ ਕਰਨਗੇ ਹੈਕਰ, ਕੀ ਕਰਨਗੇ ਇਹਨੂੰ ਹੈਵੀ ਕਰ ਦੇਣਗੇ, ਇਹ ਡਾਟਾ ਕੀ ਹੋ ਜਾਊਗਾ, ਇਹਦੀ ਡਾਟਾ ਦੇ ਵਿਚਕਾਰ ਆਪਣਾ ਡਾਟਾ ਸੈਂਡ ਕਰਨਗੇ। ਇਹਨੂੰ ਮਤਲਬ ਐਂ ਕਹਿ ਲਓ ਵੀ ਇਹਨੂੰ ਛੇੜਛਾੜ ਕਰਨ ਦੀ ਕੋਸ਼ਿਸ਼ ਕਰਨਗੇ ਜਾਂ ਇਹਨੂੰ ਹੈਂਗ ਕਰਨ ਦੀ ਕੋਸ਼ਿਸ਼ ਕਰਨਗੇ। ਉਹ ਕੀ ਕਰਨਗੇ, ਡਾਟਾ ਬਹੁਤ ਸਾਰਾ ਡਾਟਾ ਭੇਜ ਦੇਣਗੇ। ਮੰਨ ਲਓ ਇਹਦੀ ਕਪੈਸਿਟੀ ਸੀਗੀ, ਐਂ ਕਹਿ ਲਓ ਵੀ ਇਹਦੀ ਕਪੈਸਿਟੀ ਸੀਗੀ 2 GB ਡਾਟਾ ਲੈ ਕੇ ਜਾਣ ਦੀ, ਉਹ ਡਾਟਾ ਫਾਲਤੂ ਆ ਗਿਆ, ਤਾਂ ਇੱਥੇ ਕੀ ਹੋ ਗਿਆ, ਮੰਨ ਲਓ 4 GB ਡਾਟਾ ਆ ਗਿਆ, ਤਾਂ ਇਹ ਕੀ ਹੋ ਜਾਊਗਾ, ਜਿਹੜਾ ਸਹੀ ਡਾਟਾ ਹੋਊਗਾ ਉਹ ਕੀ ਹੋ ਜਾਊਗਾ, ਕਰਪਟ ਹੋ ਜਾਊਗਾ ਜਾਂ ਉਹ 'ਚ ਐਰਰ ਆ ਜਾਊਗੀ। ਤਾਂ ਇਹਨੂੰ ਕਹਿ ਦਿੰਦੇ ਆ ਜੀ ਡਿਨਾਈਲ ਆਫ ਸਰਵਿਸ ਅਟੈਕ। ਕੀ ਕਹਿ ਦਿੰਦੇ ਆ, ਡਿਨਾਈਲ ਆਫ ਸਰਵਿਸ ਅਟੈਕ, ਕਿ ਜਿਹੜੀ ਸਰਵਿਸ ਜਾ ਰਹੀ ਆ ਉਹਨੂੰ ਤੋੜਨ ਦੀ, ਖਰਾਬ ਕਰਨ ਦੀ ਕੋਸ਼ਿਸ਼ ਹੁੰਦੀ ਹੈ, ਡਿਨਾਈਲ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਤਾਂ ਰਾਈਟ ਆਂਸਰ ਕੀ ਆ ਗਿਆ ਜੀ, ਇਹਦਾ 4th 1 ਆ ਗਿਆ। ਅੱਗੇ ਚੱਲਦੇ ਹਾਂ ਜੀ ਆਪਾਂ, ਵਾਟ ਇਜ਼ ਦਾ ਫੁੱਲ ਫਾਰਮ ਆਫ MNP4। ਇਹ ਤਾਂ ਬੜਾ ਮਤਲਬ ਕਿ ਵਾਹੀਆਤ ਕੁਐਸਚਨ ਕਹਿ ਸਕਦੇ ਹਾਂ, ਵਾਹੀਆਤ ਦਾ ਮਤਲਬ ਇਹ ਹੈ ਵੀ ਇਹ ਬਹੁਤ ਘੱਟ ਯੂਜ਼ ਹੁੰਦਾ ਪ੍ਰੋਟੋਕੋਲ। ਇਹ ਪ੍ਰੋਟੋਕੋਲ ਨਾ ਯੂਜ਼ ਹੋਇਆ ਸੀ ਇੱਕ ਇੱਕ ਉਹ ਸੀਗੀ ਆਪਣੀ ਕੰਪਨੀ ਸੀਗੀ ਮਾਈਕਰੋਕੌਮ। ਠੀਕ ਹੈ, ਮਾਈਕਰੋਕੌਮ ਇੰਡਸਟਰੀ ਸੀਗੀ, ਉਹਨਾਂ ਨੇ ਇਹ ਪ੍ਰੋਟੋਕੋਲ ਬਣਾਇਆ ਸੀ। ਇਹ ਪ੍ਰੋਟੋਕੋਲ ਬੇਸਿਕਲੀ ਬਣਾਇਆ ਕਾਹਦੇ ਵਾਸਤੇ ਜਾਂਦਾ, ਐਰਰ ਕਰੈਕਸ਼ਨ ਵਾਸਤੇ। ਜਿਵੇਂ ਡਾਟਾ ਆਪਾਂ ਸੈਂਡ ਕਰਦੇ ਹਾਂ ਨਾ, ਉਹਦੇ ਵਿੱਚ ਕੋਈ ਐਰਰ ਆ ਜਾਂਦੀ ਹੈ ਜਾਂ ਫਿਰ ਡਾਟਾ ਨੂੰ ਕੀ ਕਰਦੇ ਆ, ਕੰਪਰੈਸ ਕਰਨ ਵਾਸਤੇ, ਉਦੋਂ ਬਣਾਇਆ ਸੀ ਇਹਨਾਂ ਨੇ। ਤਾਂ ਇਹਦੀ ਫੁੱਲ ਫਾਰਮ ਪੁੱਛ ਲਈ, ਤਾਂ ਇਹਦੀ ਫੁੱਲ ਫਾਰਮ ਹੈਗੀ ਹੈ ਭਾਈ ਮਾਈਕਰੋਕੌਮ ਨੈਟਵਰਕ ਪ੍ਰੋਟੋਕੋਲ ਵਰਜ਼ਨ 4। ਠੀਕ ਹੈ, ਇਹ ਮਤਲਬ ਕਿ ਪ੍ਰੋਟੋਕੋਲ ਘੱਟ ਵੱਧ ਯੂਜ਼ ਹੁੰਦਾ ਅੱਜ ਕੱਲ੍ਹ, ਤਾਂ ਇਹ ਰਾਈਟ ਆਂਸਰ ਬਣ ਜਾਊਗਾ B। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਵਾਟ ਇਜ਼ ਦਾ ਫੁੱਲ ਫਾਰਮ ਆਫ IBG ਵਿਦ ਰੈਫਰੈਂਸ ਟੂ ਮੈਗਨੈਟਿਕ ਟੇਪ। ਮੈਗਨੈਟਿਕ ਟੇਪ ਕੀ ਹੁੰਦੀ ਭਾਈ, ਰੀਲ ਆ, ਜਿਹੜੀਆਂ ਰੀਲਾਂ ਆਪਾਂ ਯੂਜ਼ ਕਰਦੇ ਸੀਗੇ ਪਹਿਲਾਂ, ਆਪਾਂ ਕੈਸਟਾਂ ਜਿਹਨੂੰ ਕਹਿ ਦਿੰਦੇ ਆ, ਜਿਹਦੇ ਵਿੱਚ 7 ਗਾਣੇ ਇੱਕ ਸਾਈਡ ਤੇ ਹੁੰਦੇ ਸੀ, 7 ਗਾਣੇ ਇੱਕ ਸਾਈਡ ਤੇ ਹੁੰਦੇ ਸੀਗੇ ਤੇ ਸਿਕੁਐਂਸ਼ੀਅਲ ਹੁੰਦੇ ਸੀਗੇ। ਹੁਣ IBG ਜਾਂ ਇਹਨੂੰ IRG ਵੀ ਕਹਿ ਦਿੰਦੇ ਆ। ਠੀਕ ਹੈ, ਪੇਪਰ ਦੇ ਵਿੱਚ ਕੁਝ ਵੀ ਆ ਸਕਦਾ, IBG ਵੀ ਆ ਸਕਦਾ, IRG ਵੀ ਆ ਸਕਦਾ। ਤਾਂ ਇਹਨੂੰ ਕਹਿ ਦਿੰਦੇ ਆ ਰਾਜੇ ਇੰਟਰ ਬਲੌਕ ਗੈਪ ਕਹਿ ਦਿੰਦੇ ਆ, ਇੰਟਰ ਬਲੌਕ ਗੈਪ ਕਹਿ ਦਿੰਦੇ ਆ। ਹੁਣ ਇਹਦਾ ਮਤਲਬ ਕੀ ਹੁੰਦਾ ਤੁਹਾਨੂੰ ਮੈਂ ਦੱਸਦਾ। ਅੱਜ ਮੰਨ ਲਓ ਕਿ ਰੀਲ ਹੈ, ਰੀਲ ਦੇ ਵਿਚਕਾਰ ਕੀ ਹੈ, ਜਿਵੇਂ ਆ ਇੱਕ ਡਾਟਾ ਸੈੱਟ ਹੈ, ਇਹ ਵੱਖਰਾ ਡਾਟਾ ਸੈੱਟ ਹੈ, ਇਹ ਵੱਖਰਾ ਡਾਟਾ ਸੈੱਟ ਹੈ, ਇਹ ਵੱਖਰਾ ਡਾਟਾ ਸੈੱਟ ਹੈ, ਇਹਦੇ ਵਿਚਕਾਰ ਗੈਪ ਹੁੰਦਾ। ਠੀਕ ਹੈ, ਇਹਦੇ ਵਿਚਕਾਰ ਕੀ ਹੁੰਦਾ, ਗੈਪ ਹੁੰਦਾ। ਠੀਕ ਹੈ, ਇਹ ਗੈਪ ਮਤਲਬ ਕਿ ਆਹ ਰਿਕਾਰਡ ਨੇ ਸਾਰੇ, ਆਹ ਦੇਖੋ ਇਹ ਜਿਹੜੀ ਯੈਲੋ ਵਾਲੇ ਸਾਰੇ ਰਿਕਾਰਡ ਹੈ ਤੇ ਇਹਦੇ ਵਿਚਕਾਰ ਸਾਰਾ ਗੈਪ ਹੁੰਦਾ। ਇਹ ਗੈਪ ਤਾਂ ਰੱਖਿਆ ਜਾਂਦਾ ਵੀ ਜਿਹੜਾ ਆਹ ਡਾਟਾ ਤੇ ਆਹ ਡਾਟਾ ਕੀ ਹੋ ਜਾਏ, ਆਪਸ ਵਿੱਚ ਮਿਕਸ ਨਾ ਹੋ ਜੇ। ਤਾਂ ਇਹ ਗੈਪ ਨੂੰ ਹੀ ਕਹਿ ਦਿੰਦੇ ਆ, ਦੇਖੋ IBG ਕਹਿ ਦਿੰਦੇ ਆ, ਇੰਟਰ ਬਲੌਕ ਗੈਪ। ਮਤਲਬ ਜੋ ਡਾਟਾ ਦਾ ਬਲੌਕ ਹੈ, ਆਹ ਮਤਲਬ ਡਾਟਾ ਬਲੌਕ ਹੈ, ਇਹਦੇ ਵਿਚਕਾਰ ਜਿਹੜਾ ਗੈਪ ਛੱਡ ਰਹੇ ਆ ਉਹਨੂੰ ਕਹਿ ਦਾਂਗੇ IBG। ਅੱਗੇ ਗੱਲ ਕਰਦੇ ਹਾਂ ਜੀ MS DOS। ਤਾਂ MS ਦਾ ਮਤਲਬ ਕੀ ਹੁੰਦਾ ਜੀ ਭਾਈ, ਮਾਈਕਰੋਸਾਫਟ ਕਾਰਪੋਰੇਸ਼ਨ। ਠੀਕ ਹੈ, ਮਾਈਕਰੋਸਾਫਟ ਕੰਪਨੀ ਹੈ। ਅੱਗੇ ਗੱਲ ਕਰਦੇ ਹਾਂ ਜੀ, ਵਾਟ ਇਜ਼ ਦਾ ਫੰਕਸ਼ਨ ਆਫ F1। ਕੀ ਇਹ ਤੁਹਾਨੂੰ ਮੈਂ ਦੱਸਿਆ ਹੋਇਆ ਭਾਈ, F1 ਕਾਹਦੇ ਵਾਸਤੇ ਯੂਜ਼ ਹੁੰਦੀ ਹੈ, ਕਿਤੇ ਵੀ ਯੂਜ਼ ਕਰ ਲਓ, ਇਹ ਹੈਲਪ ਵਾਸਤੇ ਯੂਜ਼ ਹੁੰਦੀ ਹੈ। ਕਾਹਦੇ ਵਾਸਤੇ, ਹੈਲਪ ਵਾਸਤੇ ਯੂਜ਼ ਹੁੰਦੀ ਹੈ। ਅੱਗੇ ਗੱਲ ਕਰਦੇ ਹਾਂ ਜੀ ਆਪਾਂ,
with dash the concept of the social media entrepreneurship has taken an entirely new dimension। ਕੁਛ ਵੀ ਨਹੀਂ ਕਹਿੰਦਾ entrepreneurship ਹੁੰਦਾ ਬਿਜ਼ਨਸ ਕਰਨਾ ਹਨਾ। ਤਾਂ ਸੋਸ਼ਲ ਮੀਡੀਆ ਦੇ ਵਿੱਚ ਜੋ ਮੰਨ ਲਓ YouTube ਤੇ Instagram ਆਉਣ ਦੇ ਨਾਲ ਕੀ ਹੋ ਗਿਆ, ਇੱਕ ਨਵੀਂ ਐਂ ਕਹਿ ਲਓ ਇਨੋਵੇਸ਼ਨ ਹੋਈ ਹੈ ਜਾਂ ਨਵੀਂ ਚੇਂਜਸ ਆਈਆਂ ਨੇ। ਤਾਂ ਇਹਦਾ ਆਨਸਰ ਆ ਜਾਊਗਾ ਭਾਈ ਤੁਹਾਡਾ ਬੋਥ 1 and 2। ਠੀਕ ਹੈ, ਮਤਲਬ ਕਿ ਬੇਸਿਕਲੀ YouTube ਤੇ Instagram ਤੇ ਕੀ ਹੁੰਦਾ, ਬਿਜ਼ਨਸ ਹੀ ਹੁੰਦਾ ਹੈ। ਜਿਵੇਂ ਐਡ ਵਗੈਰਾ ਹੁੰਦੀਆਂ ਨੇ ਉੱਥੋਂ ਕੀ ਕਮਾਈ ਹੁੰਦੀ YouTube ਨੂੰ। ਠੀਕ ਹੈ, ਤਾਂ ਬੋਥ 1 and 2 ਆ ਜਾਊਗਾ ਆਨਸਰ। ਅੱਗੇ ਆ ਗਿਆ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਐਨ ਆਊਟਪੁੱਟ ਡਿਵਾਈਸ। ਸਪੀਕਰ ਵੀ ਆਊਟਪੁੱਟ ਹੈ, ਪਲੋਟਰ ਵੀ ਆਊਟਪੁੱਟ ਹੈ, ਪ੍ਰਿੰਟਰ ਵੀ ਆਊਟਪੁੱਟ ਹੈ, ਲਾਈਟ ਪੈਨ ਕੀ ਇੱਕ ਇਨਪੁੱਟ ਡਿਵਾਈਸ ਹੈ। ਅੱਗੇ ਗੱਲ ਕਰਦੇ ਹਾਂ ਜੀ, ਡਾਟਾ ਇਨਕ੍ਰਿਪਸ਼ਨ ਸਟੈਂਡਰਡ DES ਮੈਂ ਪਿਛਲੀ ਵਾਰ ਵੀ ਕਰਵਾਇਆ ਸੀਗਾ। ਕਹਿੰਦਾ ਓਪਰੇਟ ਡੈਸ਼ ਬਿਟ ਬਲੌਕ। ਤਾਂ ਰਾਜੇ 64 ਬਿਟ ਬਲੌਕ ਫਿਕਸ ਹੁੰਦੇ ਆ, ਵੈਸੇ 56 ਵੀ ਹੋ ਸਕਦੇ ਆ, ਪੁਰਾਣੇ 'ਚ 56 ਯੂਜ਼ ਹੁੰਦੇ ਸੀ, ਅੱਜ ਕੱਲ੍ਹ 64 ਹੋ ਗਏ। ਠੀਕ ਹੈ, ਡਾਟਾ ਇਨਕ੍ਰਿਪਸ਼ਨ ਦੇ ਵਿੱਚ ਕੀ ਹੁੰਦਾ ਰਾਜੇ, ਜਿਹਦੇ ਵਿੱਚ ਸਿਮੈਟ੍ਰਿਕ ਆਪਾਂ ਯੂਜ਼ ਕਰਦੇ ਹਾਂ ਨਾ, ਸਿਮੈਟ੍ਰਿਕ ਬਹੁਤ, ਜਿਵੇਂ ਤੁਹਾਨੂੰ ਮੈਂ ਕਰਵਾਇਆ ਸੀਗਾ ਸਿਮੈਟ੍ਰਿਕ ਤੇ ਐਸਿਮੈਟ੍ਰਿਕ ਕਰਵਾਇਆ ਹੋਇਆ। ਇਹ 'ਚ ਕੀ ਹੁੰਦਾ, ਸਿਮੈਟ੍ਰਿਕ ਇਨਕ੍ਰਿਪਸ਼ਨ ਯੂਜ਼ ਕਰਦੇ ਆ, ਜਿਹਦੇ ਵਿੱਚ ਕੀ ਹੁੰਦੀਆਂ ਨੇ ਦੋਨੇ ਪਾਸੇ ਸੇਮ ਕੀ ਯੂਜ਼ ਹੁੰਦੀ ਹੈ, ਪ੍ਰਾਈਵੇਟ ਕੀ। ਠੀਕ ਹੈ, ਤਾਂ ਇਹਦੇ ਵਿੱਚ ਕੀ ਹੈ 64 ਬਿਟ ਦਾ ਬਲੌਕ ਹੁੰਦਾ ਇੱਕ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਹਾਊ ਸੋਸ਼ਲ ਮੀਡੀਆ ਪਲੇਟਫਾਰਮ ਹੈਲਪ ਇਨ ਐਜੂਕੇਸ਼ਨ। ਠੀਕ ਹੈ, ਇਹ ਤਾਂ ਇੱਕ ਵੈਸੇ ਇੰਡੀਆ ਵਾਸਤੇ ਲਾਗੂ ਨਹੀਂ ਹੁੰਦੀ ਜਿਹੜੀਆਂ ਦੋ ਲਾਈਨਾਂ ਲਿਖੀਆਂ ਹੋਈਆਂ ਕਿਉਂਕਿ ਕਿਹੜਾ ਪੜ੍ਹਦਾ ਇੰਡੀਆ ਦੇ ਵਿੱਚ ਫੇਸਬੁੱਕ ਤੇ ਕਿਹੜਾ ਪੜ੍ਹਦਾ WhatsApp ਤੇ। ਕਹਿੰਦਾ ਫੇਸਬੁੱਕ ਗਰੁੱਪ ਆਰ ਬੀਇੰਗ ਯੂਜ਼ਡ ਐਜ਼ ਏ ਵਰਚੁਅਲ ਸਟੱਡੀ ਗਰੁੱਪ ਵਾਈਲ ਲਰਨਿੰਗ ਦਾ ਮਟੀਰੀਅਲ ਆਰ ਸ਼ੇਅਰਡ ਐਂਡ ਡਿਸਕਸਡ ਬਾਏ ਦਾ ਸਟੂਡੈਂਟ ਐਂਡ ਟੀਚਰ। ਸਵਾਹ ਹੁੰਦਾ ਡਿਸਕਸ, ਉੱਥੇ ਤਾਂ ਫੋਟੋਆਂ ਪਾਈ ਜਾਂਦੇ ਆ, ਫਲਾਣੇ ਥਾਂ ਤੇ ਖਾਣ ਚਲੇ ਗਏ, ਫਲਾਣੇ ਥਾਂ ਤੇ ਘੁੰਮਣ ਚਲੇ ਗਏ, ਮੈਂ ਅੱਜ ਨਹਾ ਲਿਆ, ਮੈਂ ਅੱਜ ਸੌਂ ਲਿਆ, ਮੈਂ ਅੱਜ ਖਾ ਲਿਆ, ਮੈਂ ਅੱਜ ਉੱਠ ਲਿਆ, ਪਤਾ ਨਹੀਂ ਕੀ ਕੁਛ ਚੱਲ ਰਿਹਾ ਦੁਨੀਆ ਤੇ। WhatsApp group are being used for planning and coordinating class learning। ਹਾਂ, ਪਰ ਅੱਜ ਕੱਲ੍ਹ ਕੋਵਿਡ ਦੇ ਵੀ ਕਰਕੇ WhatsApp ਦੇ ਵਿੱਚ ਤਾਂ ਥੋੜਾ ਬਹੁਤਾ ਚਲੋ ਗਰੁੱਪ ਦੇ ਵਿੱਚ ਯੂਜ਼ ਹੋ ਰਿਹਾ ਸਟੱਡੀ ਮਟੀਰੀਅਲ। ਤਾਂ ਕਹਿਣ ਦਾ ਭਾਵ ਇਹਦਾ ਆਨਸਰ ਆਊਗਾ ਬੋਥ 1 and 2। ਠੀਕ ਹੈ, ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਵਿਚ ਵਨ ਆਫ ਦਾ ਫੋਲੋਇੰਗ ਇਨਪੁਟ ਡਿਵਾਈਸ ਇਜ਼ ਇਨਕਨਵੀਨੀਅੰਟ ਐਂਡ ਅਨਸੂਟੇਬਲ ਫॉर GUI। GUI ਹੁੰਦਾ ਰਾਜੇ ਗ੍ਰਾਫਿਕਲ ਯੂਜ਼ਰ ਇੰਟਰਫੇਸ। ਪਹਿਲਾਂ ਪਤਾ ਕੀ ਹੁੰਦਾ ਸੀ, ਜਦੋਂ ਕੰਪਿਊਟਰ ਆਏ ਸੀਗੇ ਉਦੋਂ ਕਮਾਂਡ ਯੂਜ਼ਰ ਇੰਟਰਫੇਸ ਹੁੰਦਾ ਸੀਗਾ। ਕਹਿਣ ਦਾ ਭਾਵ ਡੌਸ ਹੁੰਦੀ ਸੀ, ਸਾਰੀਆਂ ਕਮਾਂਡਾਂ ਹੁੰਦੀਆਂ ਸੀ, ਉਹ 'ਚ ਮਾਊਸ ਵਗੈਰਾ ਨਹੀਂ ਚੱਲਦਾ ਸੀਗਾ। ਉਸ ਤੋਂ ਬਾਅਦ ਆ ਗਿਆ GUI, ਜਿਹਦੇ ਵਿੱਚ ਆਪਾਂ ਵਾਲਪੇਪਰ ਯੂਜ਼ ਕਰਦੇ ਹਾਂ ਜਾਂ ਫਿਰ ਮਾਊਸ ਦਾ ਆਈਕਨ ਯੂਜ਼ ਕਰਦੇ ਹਾਂ। ਤਾਂ ਹੁਣ ਦੇਖੋ ਮਾਊਸ ਵੀ ਗ੍ਰਾਫਿਕਲ ਯੂਜ਼ਰ ਇੰਟਰਫੇਸ ਦੇ ਵਿੱਚ ਆਉਂਦਾ, ਜੋਇਸਟਿਕ ਵੀ ਆਉਂਦੀ ਹੈ ਕਿਉਂਕਿ ਉਹਦਾ ਵੀ ਕਰਸਰ ਹੁੰਦਾ ਹੈ, ਟਰੈਕ ਬਾਲ ਦਾ ਵੀ ਕਰਸਰ ਹੁੰਦਾ। ਬਟ ਜਿਹੜਾ ਕੀਬੋਰਡ ਹੁੰਦਾ, ਕੀਬੋਰਡ ਤਾਂ ਪਹਿਲਾਂ ਵੀ ਚੱਲਦਾ ਸੀਗਾ ਤੇ GUI ਦੇ ਵਿੱਚ ਵੀ ਕੀਬੋਰਡ ਦਾ ਕੋਈ ਏਡਾ ਵੱਡਾ ਮਤਲਬ ਰੋਲ ਨਹੀਂ ਹੈਗਾ, ਕਿਉਂਕਿ ਕੀਬੋਰਡ ਦੇ ਵਿੱਚ ਸਿਰਫ ਆਪਾਂ ਟਾਈਪ ਕਰਦੇ ਹਾਂ, ਟਾਈਪਿੰਗ ਪਹਿਲਾਂ ਵੀ ਹੁੰਦੀ ਸੀਗੀ। ਤਾਂ ਇਹਦਾ ਆਨਸਰ ਆ ਜਾਊਗਾ ਜੀ ਕੀਬੋਰਡ। ਠੀਕ ਹੈ, ਉਹਨਾਂ ਨੇ ਇਹੀ ਪੁੱਛਿਆ ਵੀ ਅਨਸੂਟੇਬਲ, ਤਾਂ ਇਹ ਸਾਰੇ ਸੂਟੇਬਲ ਨੇ ਭਾਈ GUI ਵਾਸਤੇ, ਇਹ ਅਨਸੂਟੇਬਲ ਹੈ ਕੀਬੋਰਡ। ਆਹ ਡਾਇਗਰਾਮ ਕਰਾਈ ਹੋਈ ਹੈ ਰਾਜੇ, ਮੈਂ ਤੁਹਾਨੂੰ ਬਲੌਕ ਡਾਇਗਰਾਮ ਕਰਾਈ ਸੀ ਕੰਪਿਊਟਰ ਦੀ। ਠੀਕ ਹੈ ਜੀ, ਤਾਂ ਇੱਥੇ ਦੇਖੋ, ਇੱਥੇ ਕੀ ਹੁੰਦਾ ਜੀ, ਇਨਪੁਟ ਯੂਨਿਟ ਹੁੰਦਾ, ਇਹਨੂੰ ਸਾਰੇ ਨੂੰ CPU ਬੋਲ ਦਿੰਦੇ ਆ ਆਪਾਂ। ਠੀਕ ਹੈ, ਇਹ ਆਊਟਪੁੱਟ ਯੂਨਿਟ ਹੁੰਦਾ। ਤਾਂ ਉਹਨਾਂ ਡਾਇਗਰਾਮ ਦੇ ਵਿੱਚ ਪੁੱਛਿਆ ਸੀ ਵੀ ਇੱਥੇ ਮਿਸਿੰਗ ਕੀ ਹੈ, ਤਾਂ ਇਹ ਮਿਸਿੰਗ ਹੈਗਾ ਭਾਈ ਤੁਹਾਡਾ ਇਨਪੁਟ ਯੂਨਿਟ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਨਾਟ ਕਰੈਕਟ। ਅੱਛਾ ਜੀ, VoIP ਕਮਿਊਨੀਕੇਸ਼ਨ ਮੈਂ ਵਾਰ-ਵਾਰ ਕਹਿੰਦਾ, ਇਹਨੂੰ ਪੜ੍ਹ ਕੇ ਜਾਇਓ ਸਬ ਇੰਸਪੈਕਟਰ ਵਾਲਿਓ। ਠੀਕ ਹੈ, ਵਾਇਸ ਓਵਰ ਇੰਟਰਨੈਟ ਪ੍ਰੋਟੋਕਾਲ। ਕਹਿੰਦਾ ਕਾਲ ਰੂਟਿੰਗ ਇਜ਼ ਪੋਸੀਬਲ, ਇਹ ਤਾਂ ਗਲਤ ਹੈ। ਦੇਖੋ VoIP ਦੇ ਵਿੱਚ ਕੀ ਕਰਦੇ ਆ ਆਪਾਂ, ਜਿਵੇਂ ਮੰਨ ਲਓ ਵੀਡੀਓ ਕਾਲ ਕਰਦੇ ਆ, ਆਡੀਓ ਕਾਲ ਕਰਦੇ ਆ, ਚੈਟਿੰਗ ਕਰਦੇ ਆ, ਇਹ ਸਾਰਾ ਕੀ ਹੁੰਦਾ, ਵਾਈਫਾਈ ਹੁੰਦਾ, ਵਾਇਰਲੈਸ ਹੁੰਦਾ। ਤਾਂ ਵਾਇਰਲੈਸ ਦੇ ਵਿੱਚ ਕਦੇ ਵੀ ਆਪਾਂ ਰੂਟ ਡਿਸਾਈਡ ਨਹੀਂ ਕਰ ਸਕਦੇ, ਕਿਸੇ ਵੀ ਰਾਊਟਰ ਦੇ ਥਰੂ ਕੀ ਜਾ ਸਕਦੀ ਹੈ, ਆਪਣੀ ਕਾਲ ਜਾ ਸਕਦੀ ਹੈ। ਤਾਂ ਪਹਿਲਾਂ ਤਾਂ ਗਲਤ ਹੋ ਗਿਆ। ਦੂਜਾ ਕਹਿੰਦਾ ਵਾਇਸ ਕੰਪਰੈਸ, VoIP ਕੰਪਰੈਸ ਡਿਜੀਟਲ ਸਿਗਨਲ ਐਂਡ ਸੈਂਡ ਇਟ ਓਵਰ ਦਾ ਇੰਟਰਨੈਟ, ਇਹ ਵੀ ਗਲਤ ਹੈ। ਦੇਖੋ ਇਹਦੇ ਵਿੱਚ ਕੀ ਹੁੰਦਾ ਤੁਹਾਨੂੰ ਮੈਂ ਦੱਸਦਾ, ਇਹ ਦੋਨੇ ਸਟੇਟਮੈਂਟ ਮੇਰੇ ਹਿਸਾਬ ਨਾਲ ਗਲਤ ਲੱਗ ਰਹੀਆਂ ਨੇ। ਤਾਂ ਇਹਦਾ ਆਨਸਰ ਬਣਦਾ ਜੀ ਤੁਹਾਡਾ ਨਾਈਦਰ 1 ਨੋਟ 2। ਠੀਕ ਹੈ, ਡਿਜੀਟਲ ਸਿਗਨਲ ਇਹਦੇ ਵਿੱਚ ਕਹਿ ਰਿਹਾ ਵੀ ਕੰਪਰੈਸ ਕਰਦਾ। ਬੇਸਿਕਲੀ ਇਹਦੇ ਵਿੱਚ ਨਾ VoIP ਕਮਿਊਨੀਕੇਸ਼ਨ ਦੇ ਵਿੱਚ ਡਿਜੀਟਲ ਸਿਗਨਲ ਵੀ ਯੂਜ਼ ਹੁੰਦਾ, ਬਟ ਜਿਹੜੀ ਕੰਪਰੈਸ਼ਨ ਹੁੰਦੀ ਹੈ ਹਮੇਸ਼ਾ ਉਹਦੇ ਉੱਪਰ ਇੱਕ ਐਲਗੋਰਿਥਮ ਲੱਗਦਾ ਤੇ ਉਹ ਹਮੇਸ਼ਾ ਕਰਦੇ ਆ ਜੀ ਆਪਣਾ ਐਨਾਲੌਗ ਸਿਗਨਲ ਦੇ ਉੱਪਰ। ਠੀਕ ਹੈ, ਇਸ ਕਰਕੇ ਦੋਨੇ ਸਟੇਟਮੈਂਟ ਗਲਤ ਹੋ ਗਈਆਂ, ਨਾਈਦਰ 1 ਨੋਟ 2। ਅੱਗੇ ਗੱਲ ਕਰਦੇ ਆ ਜੀ, ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਇਜ਼ ਕਰੈਕਟ ਰਿਗਾਰਡਿੰਗ SCSI ਪੋਰਟ। ਪਹਿਲਾਂ ਤਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਭਾਈ SCSI ਪੋਰਟ ਹੁੰਦਾ ਕੀ ਹੈ। ਇਹ ਹੁੰਦਾ ਜੀ SCSI ਪੋਰਟ। ਹੁਣ SCSI ਕੀ ਹੁੰਦਾ ਜੀ, ਇਹ ਹੁੰਦਾ ਜੀ ਸਮਾਲ ਕੰਪਿਊਟਰ, ਠੀਕ ਹੈ, ਸਿਸਟਮ ਇੰਟਰਫੇਸ। ਸਿਸਟਮ ਇੰਟਰਫੇਸ ਬੇਸਿਕਲੀ ਰਾਜੇ ਜਿਵੇਂ ਕੋਈ ਐਕਸਟਰਨਲ ਹਾਰਡ ਡਿਸਕ ਅਟੈਚ ਕਰਨੀ ਹੈ, CD ROM ਅਟੈਚ ਕਰਨੀ ਹੈ, ਠੀਕ ਹੈ, ਪ੍ਰਿੰਟਰ ਅਟੈਚ ਕਰਨਾ, ਸਕੈਨਰ ਅਟੈਚ ਕਰਨਾ, ਉਹਦੇ ਵਾਸਤੇ ਹੁੰਦਾ। ਠੀਕ ਹੈ, ਤਾਂ ਇਹਦੇ ਨਾਲ ਇੱਕ ਨਾ ਚੀਜ਼ ਪੋਸੀਬਲ ਹੋ ਜਾਂਦੀ ਹੈ। ਦੇਖੋ ਹੁਣ ਮੈਂ ਤੁਹਾਨੂੰ ਦੱਸਦਾ ਕੀ ਕੀ ਪੋਸੀਬਲ ਹੁੰਦਾ। ਕਹਿੰਦਾ ਇਟ ਅਲਾਉ ਦਾ ਡਾਟਾ ਟੂ ਬੀ ਟਰਾਂਸਮਿਟਡ ਇਨ ਡੇਜ਼ੀ ਚੇਨ।
ਡੇਜ਼ੀ ਚੇਨ ਦਾ ਮਤਲਬ ਕੀ ਹੁੰਦਾ, ਪਹਿਲਾਂ ਤੁਹਾਨੂੰ ਮੈਂ ਡੇਜ਼ੀ ਚੇਨ ਦਿਖਾ ਦਾਂ। ਇਹਨੂੰ ਕਹਿ ਦਿੰਦੇ ਆ ਡੇਜ਼ੀ ਚੇਨ। ਮੰਨ ਲਓ ਇੱਥੋਂ ਕੀ ਇੱਕ ਡਿਵਾਈਸ ਮੈਂ ਇੱਥੇ ਅਟੈਚ ਕਰਤੀ, ਉਸ ਤੋਂ ਅਗਲੀ ਚੇਨ ਅਟੈਚ ਕਰਤੀ, ਅਗਲੀ ਕਰਤੀ, ਅਗਲੀ ਕਰਤੀ, ਇਹ ਚੇਨ ਬਣ ਰਹੀ ਹੈ, ਇਹਨੂੰ ਕਹਿ ਦਿੰਦੇ ਆ ਡੇਜ਼ੀ ਚੇਨ। ਇਹ ਐਕਸਟਰਨਲ ਵੀ ਕਰ ਸਕਦੇ ਆ, ਇੰਟਰਨਲ ਵੀ ਕਰ ਸਕਦੇ ਆ। ਹੁਣ ਇੰਟਰਨਲੀ ਕੀ ਹੋਊਗਾ, ਰੈਮ ਤੋਂ ਹਾਰਡ ਡਿਸਕ ਅਟੈਚ ਹੋਊਗੀ, ਹਾਰਡ ਡਿਸਕ ਤੋਂ ਕੀ ਹੈ ਕੋਈ ਹੋਰ ਚੀਜ਼ ਅਟੈਚ ਹੋਊਗੀ, CD ROM ਅਟੈਚ ਹੋਊਗੀ। ਆਹ ਦੇਖੋ ਆਹ ਇੰਟਰਨਲ ਹੈ, ਇੰਟਰਨਲੀ ਇਹ ਅਟੈਚ ਹੋਈਆਂ ਵੀਆਂ ਚੀਜ਼ਾਂ, ਇਹ ਐਕਸਟਰਨਲ ਅਟੈਚ ਹੋਈਆਂ ਵੀਆਂ, ਇਹਨੂੰ ਕਹਿ ਦਿੰਦੇ ਆ ਡੇਜ਼ੀ ਚੇਨ। ਤਾਂ ਇਹਦੇ ਥਰੂ ਪੋਸੀਬਲ ਹੈਗਾ। ਤਾਂ ਪਹਿਲੀ ਲਾਈਨ ਬਿਲਕੁਲ ਠੀਕ ਹੈ, ਆਪਾਂ ਡੇਜ਼ੀ ਚੇਨ ਕੀ ਕਰ ਸਕਦੇ ਹਾਂ, ਬਣਾ ਸਕਦੇ ਹਾਂ ਅਪ ਟੂ 7 ਡਿਵਾਈਸ, 7 ਡਿਵਾਈਸ ਦੀ ਇਹਦੀ ਕਪੈਸਿਟੀ ਹੈ। ਉਸ ਤੋਂ ਬਾਅਦ ਅਗਲਾ ਕਹਿੰਦਾ ਇਟ ਇਜ਼ ਯੂਜ਼ ਟੂ ਕਨੈਕਟ ਹਾਰਡ ਡਿਸਕ, CD ROM ਡਰਾਈਵ, ਸਕੈਨਰ ਵਗੈਰਾ। ਤਾਂ ਬਿਲਕੁਲ ਠੀਕ ਹੈ, ਦੋਨੇ ਸਟੇਟਮੈਂਟ ਠੀਕ ਹੈ। ਇਹ CD ROM ਹੋ ਗਿਆ, ਹਾਰਡ ਡਿਸਕ ਹੋ ਗਈ, ਸਕੈਨਰ, ਪ੍ਰਿੰਟਰ, ਸਭ ਨੂੰ ਅਟੈਚ ਕਰਨ ਦੇ ਕੰਮ ਆਉਂਦਾ ਹੈ। ਤਾਂ ਦੋਨੇ ਸਟੇਟਮੈਂਟ ਕੀ ਹੋ ਗਈਆਂ ਇਹਦੀਆਂ, ਟਰੂ ਹੋ ਗਈਆਂ। ਅੱਗੇ ਗੱਲ ਕਰਦੇ ਹਾਂ ਜੀ, ਇਹ ਵੀ ਸੌਖਾ ਕੁਐਸਚਨ ਹੈ। ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਕਰੈਕਟ ਰਿਗਾਰਡਿੰਗ ਦਾ ਐਸਿਮੈਟ੍ਰਿਕ ਇਨਕ੍ਰਿਪਸ਼ਨ। ਠੀਕ ਹੈ, ਐਸਿਮੈਟ੍ਰਿਕ ਤੁਹਾਨੂੰ ਮੈਂ ਇੱਕ ਵਾਰ ਦਿਖਾ ਦਾਂ। ਐਸਿਮੈਟ੍ਰਿਕ ਦੇ ਵਿੱਚ ਕੀ ਹੁੰਦਾ ਰਾਜੇ, ਜਿਵੇਂ ਮੰਨ ਲਓ ਆ ਡਾਕੂਮੈਂਟ ਹੈ, ਡਾਕੂਮੈਂਟ ਨੂੰ ਮੈਂ ਇਨਕ੍ਰਿਪਟ ਕਰਨਾ ਤਾਂ ਮੈਂ ਇੱਕ ਕੀ ਯੂਜ਼ ਕਰਦਾ। ਠੀਕ ਹੈ, ਇਹ ਹੁੰਦੀ ਹੈ ਜੀ ਪਬਲਿਕ ਕੀ। ਇਸ ਤੋਂ ਬਾਅਦ ਮੈਂ ਇੱਕ ਜਿਹੜੀ ਅਗਲੀ ਕੀ ਦਿੰਦਾ ਉਹ ਹੁੰਦੀ ਹੈ ਪ੍ਰਾਈਵੇਟ ਕੀ। ਸਿਮੈਟ੍ਰਿਕ ਦੇ ਵਿੱਚ ਇੱਕ ਹੀ ਯੂਜ਼ ਹੁੰਦੀ ਹੈ ਪ੍ਰਾਈਵੇਟ, ਇਹ ਚ ਪਬਲਿਕ ਤੇ ਪ੍ਰਾਈਵੇਟ ਦੋਨੇ ਯੂਜ਼ ਹੁੰਦੀਆਂ। ਤਾਂ ਇਹ ਕੀ ਉਹਦੇ ਕੋਲ ਜਾਊਗੀ, ਜਿਹਨੇ ਕੀ ਹੈ ਡਾਟਾ ਖੋਲਣਾ ਹੈ, ਉਹਨੂੰ ਪ੍ਰਾਈਵੇਟ ਕੀ ਦਿੱਤੀ ਜਾਂਦੀ ਹੈ, ਤਾਂ ਉਹ ਕੀ ਕਰ ਦਿੰਦਾ, ਡੀਕ੍ਰਿਪਸ਼ਨ ਕਰ ਦਿੰਦਾ। ਠੀਕ ਹੈ, ਹੁਣ ਕਹਿ ਕੀ ਰਿਹਾ ਤੁਹਾਡੇ ਸਾਹਮਣੇ, ਕਹਿੰਦਾ one algorithm is used for encryption and decryption with pair of key। ਠੀਕ ਹੈ ਜੀ, ਇੱਕ ਪ੍ਰਾਈਵੇਟ ਹੁੰਦੀ, ਇੱਕ ਪਬਲਿਕ ਹੁੰਦੀ ਹੈ, ਪੇਅਰ ਹੁੰਦਾ। ਤਾਂ ਪਹਿਲੀ ਲਾਈਨ ਕੀ ਹੋਗੀ, ਠੀਕ ਹੋਗੀ। ਠੀਕ ਹੈ, ਅਗਲਾ ਕਹਿੰਦਾ the sender and the receiver must have one of the matched pair key। ਠੀਕ ਹੈ, ਇਹ ਵੀ ਠੀਕ ਹੈ ਜੀ, ਓਕੇ ਹੈ ਜੀ। ਤਾਂ both 1 and 2, both 1 and 2 ਕੀ ਹੋ ਗਿਆ, ਇਹਦਾ ਰਾਈਟ ਆਂਸਰ ਹੋ ਗਿਆ। ਇਹ ਮੈਂ ਕਰਵਾਇਆ ਹੋਇਆ ਡਿਟੇਲ ਦੇ ਵਿੱਚ, ਸਿਮੈਟ੍ਰਿਕ ਤੇ ਐਸਿਮੈਟ੍ਰਿਕ, ਤੁਸੀਂ ਇਹਨੂੰ ਪੜ੍ਹ ਲਿਓ ਜਾ ਕੇ। ਅਗਲਾ ਗੱਲ ਕਰਦੇ ਆ ਜੀ, ਕਹਿੰਦਾ ਇਨ MS PowerPoint 2019 ਵਿਚ ਆਫ ਦਾ ਫੋਲੋਇੰਗ ਪੇਅਰ। ਦੇਖੋ ਰਾਜੇ ਮੈਂ MS Word, PowerPoint, Excel 2019 ਸ਼ਾਰਟਕਟ ਕੀਜ਼ ਤੇ ਸਾਰਾ ਕਰਵਾਇਆ ਹੋਇਆ, ਇਹਨੂੰ ਚੰਗੀ ਤਰ੍ਹਾਂ ਕਰਕੇ ਜਾਇਓ, ਇੱਥੋਂ ਬਹੁਤ ਕੁਐਸਚਨ ਆਏ ਆ। ਹੁਣ ਇਹਦੇ ਵਿੱਚ ਕੀ ਕਹਿੰਦਾ ਜੀ, ਜਿਹੜਾ ਰੂਲਰ ਹੁੰਦਾ ਉਹ ਹੋਮ ਦੇ ਵਿੱਚ ਹੁੰਦਾ, ਤੇ ਸਪੈਲਿੰਗ ਕੀ ਹੁੰਦੇ ਆ ਜੀ, ਰਿਵਿਊ ਦੇ ਵਿੱਚ ਹੁੰਦੇ ਆ। ਇਹ ਹੁਣ ਦੱਸਣਾ ਵੀ ਤੁਸੀਂ ਕਰੈਕਟ ਹੈ ਕਿ ਇਨਕਰੈਕਟ ਹੈ, ਇਹ ਪੁੱਛ ਰਿਹਾ। ਠੀਕ ਹੈ, ਤਾਂ ਇਹਦੇ ਵਿੱਚ ਹੁੰਦੇ, ਆਪਾਂ ਧਿਆਨ ਦੇ ਨਾਲ ਦੇਖੀਏ ਤਾਂ ਰੂਲਰ ਹੋਮ ਦੇ ਵਿੱਚ ਨਹੀਂ ਹੁੰਦਾਗਾ, ਰੂਲਰ ਹੋਮ ਦੇ ਵਿੱਚ ਨਹੀਂ ਹੁੰਦਾ, ਬਟ ਸਪੈਲਿੰਗ ਜਿਹੜੇ ਹੁੰਦੇ ਆ ਉਹ ਰਿਵਿਊ ਦੇ ਵਿੱਚ ਹੁੰਦੇ ਆ। ਸਪੈਲਿੰਗ ਜਿਹੜੇ ਹੁੰਦੇ ਆ ਉਹ ਕੀ ਹੁੰਦੇ ਆ, ਰਿਵਿਊ ਦੇ ਵਿੱਚ ਹੁੰਦੇ ਆ। ਤਾਂ ਇਹਦਾ ਰਾਈਟ ਆਂਸਰ ਬਣਦਾ ਓਨਲੀ 2। ਹੁਣ ਕਾਰਨ ਕੀ ਆ ਤੁਹਾਨੂੰ ਮੈਂ ਦਿਖਾਉਣਾ। ਜਿਹੜਾ ਰੂਲਰ ਹੁੰਦਾ ਰਾਜੇ, ਜਿਹੜਾ ਰੂਲਰ ਹੁੰਦਾ ਉਹ ਡਰਾ ਦੇ ਵਿੱਚ ਹੁੰਦਾ। ਇਹ ਪਾਵਰਪੁਆਇੰਟ ਦੀ ਗੱਲ ਕਰ ਰਿਹਾ, 2019 ਦੀ ਮੈਂ ਸ਼ਾਰਟਕਟ ਲਿਆ ਹੋਇਆ, ਸਕਰੀਨਸ਼ਾਟ ਲਿਆ ਹੋਇਆ। ਆ ਦੇਖੋ ਡਰਾ ਦੇ ਵਿੱਚ ਕੀ ਹੁੰਦਾ ਜੀ, ਆ ਪਿਆ ਰੂਲਰ, ਰੂਲਰ ਡਰਾ ਦੇ ਵਿੱਚ ਹੁੰਦਾ। ਤਾਂ ਜੇ ਇੱਥੇ ਡਰਾ ਹੁੰਦਾ ਫਿਰ ਤਾਂ ਆਂਸਰ ਕੀ ਆ ਜਾਂਦਾ, ਰਾਈਟ ਆ ਜਾਂਦਾ। ਬਟ ਇੱਥੇ ਕੀ ਇਹਨਾਂ ਨੇ ਹੋਮ ਲਿਖਿਆ ਤਾਂ ਗਲਤ ਹੈ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ which of the following statement is correct। Skype use VoIP communication for connecting voice call। ਠੀਕ ਹੈ, ਇਹ ਗੱਲ ਕਹਿ ਰਿਹਾ। ਠੀਕ ਹੈ, ਤੇ ਕਹਿੰਦਾ VoIP does not connect digital data to voice data। ਤਾਂ ਦੇਖੋ ਪਹਿਲਾ ਬਿਲਕੁਲ ਠੀਕ ਹੈ ਜੀ, ਇਹਦੇ VoIP ਦੇ ਵਿੱਚ ਆਪਾਂ ਕੀ ਕਰਦੇ ਹਾਂ, ਵੌਇਸ ਕਾਲ ਕਨੈਕਟ ਕਰ ਸਕਦੇ ਹਾਂ, ਪਹਿਲਾ ਵੀ ਠੀਕ ਹੈ, ਲੇਕਿਨ ਦੂਜਾ ਗਲਤ ਹੈ। ਕਨਵਰਟ ਕਰਦਾ ਹਮੇਸ਼ਾ ਇਹਦੇ ਵਿੱਚ ਕੀ ਕਰਦਾ, ਦੇਖੋ ਵੌਇਸ ਓਵਰ ਇੰਟਰਨੈਟ ਪ੍ਰੋਟੋਕਾਲ। ਇੰਟਰਨੈਟ ਦੇ ਵਿੱਚ ਡਾਟਾ ਯੂਜ਼ ਹੁੰਦਾ ਡਿਜੀਟਲ, ਤੇ ਟੈਲੀਫੋਨ ਦੇ ਵਿੱਚ ਹੁੰਦਾ ਵੌਇਸ ਡਾਟਾ, ਜਿਹਨੂੰ ਆਪਾਂ ਕਹਿੰਦੇ ਨੇ ਐਨਾਲੌਗ। ਤਾਂ ਹਮੇਸ਼ਾ ਕਨਵਰਜ਼ਨ ਹੋਊਗੀ। ਤਾਂ ਇਹ ਸਟੇਟਮੈਂਟ ਗਲਤ ਹੋ ਗਈ ਹੈ, ਪਹਿਲੀ ਠੀਕ ਹੈ। ਤਾਂ ਓਨਲੀ 1 ਮਤਲਬ 3 ਆਂਸਰ ਆ ਜਾਊਗਾ। ਅੱਗੇ ਕਹਿੰਦਾ ਜੀ ਇਨ ਏ ਕੰਪਿਊਟਰ ਸਿਸਟਮ ਡੈਸ਼ ਇਜ਼ ਏ ਬਫਰ ਬਿਟਵੀਨ ਦਾ CPU ਐਂਡ ਮੇਨ ਮੈਮਰੀ। ਤਾਂ ਰਜਿਸਟਰ ਤੋਂ ਸਾਰੇ ਕੁਐਸਚਨ ਪੁੱਛੇ ਗਏ ਆ। ਜੇ ਤੁਸੀਂ ਕਹੋਗੇ ਵੈਸੇ ਮੈਂ ਕਰਵਾਏ ਹੋਏ ਆ ਸਾਰੇ ਰਜਿਸਟਰ, ਇੱਕ ਵਾਰੀ ਦੁਬਾਰਾ ਜੇ ਰਿਪੀਟ ਕਰਨੇ ਮੈਨੂੰ ਕਮੈਂਟ ਕਰ ਦਿਓ, ਮੈਂ ਸਾਰੇ ਰਜਿਸਟਰ ਰਿਪੀਟ ਕਰਵਾ ਦੂੰਗਾ, है ना। मेमोरी एड्रेस रजिस्टर, मेमोरी बफर रजिस्टर, ठीक है, अपना प्रोग्राम काउंटर हो गया, कम्यूलेटर हो गया, ये सारे रजिस्टर पूछे जाते हैं। तो हुण इत्थे मैमरी एड्रेस रजिस्टर की गल नहीं कर रहा, वो मैमरी डाटा रजिस्टर की गल कर रहा है, ਜਿਹੜਾ कि डाटा ਨੂੰ ਕੀ ਕਰੂਗਾ, कुछ देर वास्ते स्टोर करूगा। ਹੁਣ ਹੁੰਦਾ ਕੀ ਹੈ ਤੁਹਾਨੂੰ ਮੈਂ ਦੱਸ ਦਿੰਦਾ। ਮੰਨ ਲਓ ਪ੍ਰੋਸੈਸਰ ਹੈ, ਠੀਕ ਹੈ, ਜਿਹਨੂੰ ਆਪਾਂ ਮਾਈਕਰੋ ਪ੍ਰੋਸੈਸਰ ਬੋਲ ਦਿੰਦੇ ਆ, ਦਿਮਾਗ ਕਹਿ ਦਿੰਦੇ ਆ। ਮੈਂ ਇੱਕ ਸਟੇਟਮੈਂਟ ਸੀਗੀ, ਮੈਂ x = ਮੈਂ ਕਹਤਾ ਜੀ 5 + 2 × 7। ਹੁਣ ਇਹ ਇਕੱਠਾ ਨਹੀਂ ਕਰ ਸਕਦਾ ਸਾਰਾ ਐਕਸਪ੍ਰੈਸ਼ਨ ਨੂੰ ਸੋਲਵ। ਇਹ ਕੀ ਕਰੂਗਾ, ਪਹਿਲਾਂ ਬੋਟਮ ਅਪ ਰੂਲ ਕੀ ਕਹਿੰਦਾ, ਪਹਿਲਾਂ ਬ੍ਰੈਕਟ ਸੋਲਵ ਹੋਊਗੀ। ਇਹਨੇ ਕੀ ਕਰਨਾ, 5 + 2 ਕੀ ਕਰਤਾ, 7 ਕਰਤਾ। ਹੁਣ ਜਿਹੜਾ 7 ਹੈ ਕੁਝ ਦੇਰ ਵਾਸਤੇ ਇਹਨੂੰ ਕੀ ਕਰਨਾ ਪਊਗਾ, ਸਟੋਰ ਕਰਨਾ ਪਊਗਾ। ਤੇ ਇਹ ਕਿੱਥੇ ਕਰੂਗਾ, ਮੈਮਰੀ ਡਾਟਾ ਰਜਿਸਟਰ ਦੇ ਵਿੱਚ ਸਟੋਰ ਕਰ ਦੂਗਾ 7। ਫਿਰ ਇਹਨੂੰ ਅਗਲੇ 7 ਨੂੰ ਲੈ ਕੇ ਆਊਗਾ, ਫਿਰ ਇਹਨਾਂ ਦੋਵਾਂ ਦੀ ਕੀ ਕਰੂਗਾ, ਮਲਟੀਪਲੀਕੇਸ਼ਨ ਕਰੂਗਾ। ਤਾਂ ਕਹਿਣ ਦਾ ਭਾਵ ਕੁਝ ਦੇਰ ਵਾਸਤੇ ਜਿਹੜਾ ਡਾਟਾ ਕੀ ਕਰੂਗਾ, ਸਟੋਰ ਕਰੂਗਾ, ਕਿੱਥੇ ਕਰੂਗਾ, ਉਹ ਮੈਮਰੀ ਡਾਟਾ ਰਜਿਸਟਰ ਦੇ ਵਿੱਚ ਕਰੂਗਾ, ਜਿਹਨੂੰ ਆਪਾਂ ਕਹਿੰਦੇ ਨੇ ਬਫਰ ਮੈਮਰੀ। ਠੀਕ ਹੈ, ਤਾਂ ਇਹਦਾ ਆਨਸਰ ਕੀ ਬਣਦਾ, ਸੈਕਿੰਡ ਬਣਦਾ 27 ਦਾ। ਅੱਗੇ ਕਹਿੰਦਾ ਜੀ 2019 MS Word ਦੀ ਗੱਲ ਕਰ ਰਿਹਾ। ਕਹਿੰਦਾ ਵਿਚ ਫੋਲੋਇੰਗ ਪੇਅਰ ਆਫ ਟੈਬ ਇਜ਼ ਕਰੈਕਟ। ਤਾਂ ਲੇਆਊਟ ਦੇ ਵਿੱਚ ਕਹਿੰਦਾ ਮਾਰਜਨ ਪਿਆ ਤੇ ਇਨਸਰਟ ਦੇ ਵਿੱਚ ਟੇਬਲ ਪਿਆ। ਤਾਂ ਦੇਖੋ ਤੁਸੀਂ ਠੀਕ ਹੈ ਕਿ ਗਲਤ ਹੈ।
ਤਾਂ ਬਿਲਕੁਲ ਠੀਕ ਹੈ ਜੀ। ਦੋਨੇ ਇਨਸਰਟ ਦੇ ਵਿੱਚ, ਟੇਬਲ ਹਮੇਸ਼ਾ ਇਨਸਰਟ ਦੇ ਵਿੱਚ ਆਊਗਾ ਤੇ ਮਾਰਜਨ ਹਮੇਸ਼ਾ ਕਿਹਦੇ ਵਿੱਚ ਆਉਣਗੇ, ਪੇਜ ਲੇਆਊਟ ਦੇ ਵਿੱਚ ਆਉਣਗੇ। ਤੇ ਯਾਦ ਰੱਖਣਾ ਬੋਥ 1 ਐਂਡ 2। ਅਗਲਾ ਕੁਐਸਚਨ ਹੈ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਆਰ ਦਾ ਡਿਫਰੈਂਟ ਟਾਈਪਸ ਆਫ ਦਾ ਸੋਸ਼ਲ ਮੀਡੀਆ ਸਰਵਿਸਿਜ਼। ਤਾਂ ਤੁਹਾਨੂੰ ਪਤਾ ਹੀ ਹੈ ਰਾਜੇ, ਸਾਰੀਆਂ ਠੀਕ ਹੀ ਹੁੰਦਾ ਲਗਭਗ, ਕਿਉਂਕਿ ਦੇਖੋ ਸੋਸ਼ਲ ਕੰਟੈਂਟ ਆਪਾਂ ਸ਼ੇਅਰ ਕਰਦੇ ਹਾਂ, ਸੋਸ਼ਲ ਨੈਟਵਰਕਿੰਗ ਹੁੰਦੀ ਹੈ, ਠੀਕ ਹੈ, ਆਪਾਂ ਲੋਕੇਸ਼ਨ ਵਗੈਰਾ ਵੀ ਸ਼ੇਅਰ ਕਰ ਸਕਦੇ ਹਾਂ, ਮੀਟਿੰਗ ਸਰਵਿਸਿਜ਼ ਵੀ ਕਰ ਸਕਦੇ ਹਾਂ। ਤਾਂ 1 2 ਐਂਡ 3 ਕੀ ਆ ਜਾਊਗਾ, ਤਾਂ ਆਨਸਰ ਆ ਜਾਊਗਾ। ਲਾਸਟ ਕੁਐਸਚਨ ਹੈ, MS ਵਰਡ 2019 ਦੀ ਗੱਲ ਕਰ ਰਿਹਾ, ਫੋਲੋਇੰਗ ਪੇਅਰ ਟੈਬ। ਤਾਂ ਰਿਵਿਊ ਕਹਿੰਦਾ ਕਿੱਥੇ ਹੁੰਦੇ ਆ, ਕਮੈਂਟ ਕਿੱਥੇ ਹੁੰਦੇ ਆ, ਰਿਵਿਊ ਦੇ ਵਿੱਚ ਹੁੰਦੇ ਆ, ਤੇ ਪੇਜ ਮੂਵਮੈਂਟ ਕੀ ਚ ਹੁੰਦਾ, ਵਿਊ ਦੇ ਵਿੱਚ ਹੁੰਦਾ। ਤੁਸੀਂ ਇਹ ਦੱਸਣਾ ਵੀ ਇਹ ਗਲਤ ਹੈ ਕਿ ਸਹੀ ਹੈ, ਠੀਕ ਹੈ, ਤੁਸੀਂ ਦੱਸਣਾ ਇਹ ਗਲਤ ਹੈ ਕਿ ਸਹੀ ਹੈ। ਤਾਂ ਦੇਖਦੇ ਹਾਂ ਜੀ, ਚੈੱਕ ਕਰਦੇ ਹਾਂ ਬੋਥ 1 ਐਂਡ 2 ਕੀ ਹੋਊਗਾ, ਮੇਰੇ ਹਿਸਾਬ ਨਾਲ ਕਰੈਕਟ ਹੋਊਗਾ। ਤਾਂ ਆਪਾਂ ਦੇਖਦੇ ਹਾਂ ਜੀ, ਦੇਖੋ ਰਿਵਿਊ ਦੇ ਵਿੱਚ ਕੀ ਪਿਆ, MS ਵਰਡ 2019 ਹੈ, ਰਿਵਿਊ ਦੇ ਵਿੱਚ ਕੀ ਪਿਆ, ਦੇਖੋ ਜੀ ਆ ਕਮੈਂਟ ਪਿਆ, ਕਮੈਂਟ ਸੈਕਸ਼ਨ ਪਿਆ, ਤੇ ਉਹਨੇ ਅਗਲਾ ਕੀ ਪੁੱਛਿਆ ਸੀਗਾ, ਵਿਊ ਦੇ ਵਿੱਚ ਕੀ ਪਿਆ ਆਪਣਾ, ਪੇਜ ਮੂਵਮੈਂਟ। ਤਾਂ ਬਿਲਕੁਲ ਠੀਕ ਹੈ ਜੀ। ਤਾਂ ਇਸ ਤਰ੍ਹਾਂ ਤਿਆਰੀ ਕਰਨੀ ਹੈ ਵੀ ਤੁਹਾਨੂੰ ਯਾਦ ਰਵੇ ਪੇਪਰ ਦੇ ਵਿੱਚ। ਤੇ ਮੈਂ ਤੁਹਾਨੂੰ ਪ੍ਰੈਕਟੀਕਲ ਸਾਰਾ ਕੁਝ ਕਰਵਾਇਆ ਹੋਇਆ, ਮੈਂ ਵਾਰ-ਵਾਰ ਕਹਿ ਰਿਹਾ, ਸ਼ਾਰਟਕਟ ਕੀਜ਼ ਵੀ ਪ੍ਰੈਕਟੀਕਲ ਕਰਵਾਈਆਂ ਹੋਈਆਂ, ਤੇ ਸਾਰਾ MS ਵਰਡ, ਐਕਸਲ ਤੇ ਪਾਵਰ ਪੁਆਇੰਟ ਵੀ ਕਰਵਾਇਆ ਹੋਇਆ। ਬਾਕੀ ਜੇ ਕਹੋਗੇ ਤਾਂ ਰਿਪੀਟ ਵੀ ਕਰ ਦਾਂਗੇ, ਕੋਈ ਵੱਡੀ ਗੱਲ ਨਹੀਂ ਹੈਗੀ। ਤੇ ਤਿਆਰੀਆਂ ਕਰਦੇ ਰਹੋ, ਪੇਪਰ ਜਲਦੀ ਹੋਊਗਾ ਤੁਹਾਡਾ ਨਵੰਬਰ ਦੇ ਵਿੱਚ। ਤੇ ਆਪਾਂ ਮਿਲਾਂਗੇ ਅੱਜ ਸ਼ਾਮ ਨੂੰ, ਮੈਂ ਲੈ ਕੇ ਆਉਂਗਾ ਨੈਕਸਟ ਆਪਣੀ ਜਿਹੜੀ 3rd ਸ਼ਿਫਟ ਹੋਈ ਆ ਉਹਦਾ ਪੇਪਰ ਡਿਸਕਸ ਕਰਾਂਗੇ। ਤੇ ਵੀਡੀਓ ਨੂੰ ਭਾਈ ਵੱਧ ਤੋਂ ਵੱਧ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਮਿਲਦੇ ਆ ਨਵੀਂ ਵੀਡੀਓ ਦੇ ਨਾਲ, ਤਦ ਤੱਕ ਵਾਸਤੇ ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ।